ਵਾਹਿਗੁਰੂ ਸਾਹਿਬ ਜੀ। ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਦੇਨਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਹਾਏ। ਨਾਨਕ ਕਹੂ ਨ ਸਿਜਈ, ਬਿਨ ਨਾਵੈ ਪਤ ਜਾਏ। ਸੁਖਾਉ ਹੋਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਭਲ ਜਨਮ ਜਨਮ ਦੀ ਕਟੀਐ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਚੌਥਾ। ਹਰ ਪਹਿਲੜੀ ਲਾ ਪਰਵਿਰਤੀ, ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪੁਰਾਇਆ ਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹੈ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਹਰ ਪਹਿਲੜੀ ਲਾਭ ਪਰਵਿਰਤੀ, ਕਰਮ ਦ੍ਰਿੜਾਇਆ ਬਲਰਾਮ ਜੀਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਇਹ ਜੋ ਅੰਮ੍ਰਿਤ ਵੇਲਾ ਸਾਨੂੰ ਪ੍ਰਾਪਤ ਹੋ ਰਿਹਾ ਹੈ, ਇਸ ਅੰਮ੍ਰਿਤ ਵੇਲੇ ਦੇ ਨਾਲ ਨਾਲ ਮਹਾਰਾਜ ਜੀ ਸਾਨੂੰ ਸਤ ਸੰਗਤ ਦਾ ਸਮਾਂ ਜੋ ਹੈ ਉਹ ਬਖਸ਼ਿਸ਼ ਕਰ ਰਹੇ ਨੇ। ਆਪ ਸੰਗਤਾਂ ਗੁਰੂ ਦਰਬਾਰ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਗੁਰਬਾਣੀ ਪੜ੍ਹ ਕੇ, ਸਤਿਗੁਰਾਂ ਦੇ ਦਰਸ਼ਨ ਕਰਕੇ ਔਰ ਮਹਾਰਾਜ ਜੀਆਂ ਦੇ ਅੰਮ੍ਰਿਤ ਬਚਨ ਕੰਨਾਂ ਵਿੱਚ ਸਰਵਣ ਕਰਕੇ ਇਹ ਮਿਲਿਆ ਹੋਇਆ ਜੋ ਮਨੁੱਖਾ ਜਨਮ ਹੈ, ਇਸ ਦੇ ਸਮੇਂ ਨੂੰ ਵੀ ਸਫਲਾ ਬਣਾਇਆ ਹੈ। ਜਿਹੜੇ ਸਵਾਸ ਇਸ ਅੰਦਰ ਪ੍ਰਾਪਤ ਹੋਏ, ਉਹ ਸਵਾਸ ਵੀ ਸਫਲੇ ਬਣਾਏ। ਵੱਡੇ ਭਾਗ ਹਨ ਜੋ ਸਤ ਸੰਗਤ ਨੂੰ ਆ ਕੇ ਮਿਲੇ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਚੌਥਾ। ਇਹ ਸੂਹੀ ਰਾਗ ਦਾ ਸ਼ਬਦ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਇਹ ਜੋ ਸ਼ਬਦ ਹੈ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਆਪਾਂ ਇਸ ਬਾਣੀ ਨੂੰ ਕਹਿ ਦਿੰਦੇ ਹਾਂ ਲਾਵਾਂ ਦੀ ਬਾਣੀ। ਸਿੱਖ ਧਰਮ ਦੇ ਵਿੱਚ ਜਦੋਂ ਲੜਕੇ ਲੜਕੀ ਦਾ ਵਿਆਹ ਹੁੰਦਾ ਹੈ, ਉਦੋਂ ਇਹ ਬਾਣੀ ਪੜ੍ਹ ਕੇ ਉਹਨਾਂ ਨੂੰ ਗ੍ਰਸਥ ਧਰਮ ਵਿੱਚ ਪ੍ਰਵੇਸ਼ ਕਰਵਾਇਆ ਜਾਂਦਾ ਹੈ। ਇਹ ਬਾਣੀ ਲਾਵਾਂ ਦੇ ਨਾਮ ਨਾਲ ਜਾਣੀ ਜਾਂਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਲਾਵਾਂ ਸ਼ਬਦ ਲਿਖ ਕੇ ਬਾਣੀ ਨਹੀਂ ਲਿਖੀ ਹੈ। ਇਹਦਾ ਸਿਰਲੇਖ ਲਾਵਾਂ ਨਹੀਂ, ਇੱਥੇ ਕੇਵਲ ਬਚਨ ਇਹਨਾਂ ਲਿਖਿਆ ਸੂਹੀ ਮਹੱਲਾ ਚੌਥਾ। ਅੱਗੇ ਮਹਾਰਾਜ ਨੇ ਬਾਣੀ ਸ਼ੁਰੂ ਕਰ ਦਿੱਤੀ ਹੈ, ਪਰ ਆਪਾਂ ਇਸ ਬਾਣੀ ਨੂੰ ਲਾਵਾਂ ਬਾਣੀ ਕਹਿ ਕੇ ਪੜ੍ਹਦੇ ਸੁਣਦੇ ਅਤੇ ਯਾਦ ਕਰਦੇ ਹਾਂ। ਇੱਕ ਵਾਰ ਦੀ ਗੱਲ ਹੈ, ਕੋਈ ਗਰੀਬ ਪ੍ਰੇਮੀ ਹੈ ਅਤੇ ਉਹਦੇ ਘਰ ਦੇ ਵਿੱਚ ਇੱਕ ਲੜਕੀ ਹੈ। ਜਿਸ ਵੇਲੇ ਉਸ ਦੀ ਲੜਕੀ ਜਵਾਨ ਹੋਈ ਨਾ, ਵਰ ਦੇ ਯੋਗ ਹੋਈ, ਵਿਆਹ ਦੇ ਯੋਗ ਹੋਈ, ਅਤੇ ਉਸਨੇ ਉਹਦੇ ਵਾਸਤੇ ਕੋਈ ਚੰਗਾ ਘਰ ਲੱਭਣ ਵਾਸਤੇ ਵਿਚੋਲਿਆਂ ਨੂੰ ਕਹਿ ਕੇ, ਰਿਸ਼ਤੇਦਾਰਾਂ ਨੂੰ ਆਖਿਆ ਵੀ ਕੋਈ ਚੰਗਾ ਘਰ ਲੱਭੋ ਜਿਹੜਾ ਮੇਰੇ ਹੈਸੀਅਤ ਦੇ ਮੁਤਾਬਕ ਹੋਵੇ। ਰਿਸ਼ਤੇਦਾਰਾਂ ਦੇ ਕਹਿਣ ਕਰਕੇ, ਲੱਭਣ ਕਰਕੇ ਇੱਕ ਚੰਗਾ ਘਰ ਲੜਕੀ ਵਾਸਤੇ ਮਿਲਿਆ। ਆਪਸ ਵਿੱਚ ਸਾਰੀ ਗੱਲਬਾਤ ਕਰਕੇ ਸ਼ਗਨ ਵਗੈਰਾ ਲੱਗ ਗਏ। ਸ਼ਗਨ ਲੱਗਣ ਤੋਂ ਉਪਰੰਤ ਵਿਆਹ ਦਾ ਦਿਨ ਮੁਕਰਰ ਕੀਤਾ ਗਿਆ। ਇਸ ਦਿਨ ਨੂੰ ਜਿਹੜਾ ਹੈ ਉਹ ਅਸੀਂ ਬਰਾਤ ਲੈ ਕੇ ਆਵਾਂਗੇ, ਵਿਆਹ ਕਰਾਂਗੇ। ਜਦੋਂ ਗੁਰਮੁਖ ਉਹ ਦਿਨ ਨੇੜੇ ਆ ਗਿਆ ਤੇ ਇਹ ਜਿਹੜਾ ਗਰੀਬ ਪ੍ਰੇਮੀ ਸੀ ਨਾ, ਪੰਡਤ ਕੋਲ ਗਿਆ। ਕਹਿਣ ਲੱਗਾ, ਪੰਡਤ ਜੀ ਮੇਰੀ ਧੀ ਦਾ ਵਿਆਹ ਹੈ, ਆਪ ਜੀ ਆਓ, ਜੋ ਵੀ ਹੈ ਸਾਹਾ ਵਗੈਰਾ ਉਸ ਨੂੰ ਸੋਧੋ ਅਤੇ ਵਿਆਹ ਕਾਰਜਾਂ ਨੂੰ ਕਰੋ। ਇਸ ਗਰੀਬ ਪ੍ਰੇਮੀ ਦੇ ਕਹਿਣ ਕਰਕੇ ਉਹ ਜਿਹੜਾ ਪੰਡਤ ਹੈ ਘਰ ਵਿੱਚ ਗਿਆ। ਉਸਨੇ ਜੋ ਵਿਧੀ ਵਿਧਾਨ ਸੀ ਉਹ ਦੱਸਿਆ ਵੀ ਵਿਆਹ ਦਾ ਇਹ ਵਿਧੀ ਹੈ, ਇਸ ਤਰ੍ਹਾਂ ਸਮੱਗਰੀ ਲੱਗੇਗੀ, ਇਸ ਸਮੇਂ ਵਿਆਹ ਹੋਵੇਗਾ। ਨਾਲ ਹੀ ਉਸਨੇ ਆਪਣੀ ਭੇਟਾ ਫੀਸ ਦੱਸ ਦਿੱਤੀ, 50 ਰੁਪਈਏ ਮੈਂ ਜਿਹੜੇ ਹੈ ਉਹ ਤੁਹਾਡੇ ਕੋਲੋਂ ਦਸ਼ਨਾ ਲਵਾਂਗਾ। ਹੁਣ ਉਹਨਾਂ ਸਮਿਆਂ ਦੇ ਵਿੱਚ ਇਹ ਬੜੀ ਵੱਡੀ ਰਕਮ ਹੈ। ਉਹ ਗਰੀਬ ਪ੍ਰੇਮੀ ਕਹਿਣ ਲੱਗਾ ਵੀ ਇੰਨੀ ਵੱਡੀ ਰਕਮ ਤਾਂ ਮੈਂ ਨਹੀਂ ਦੇ ਸਕਦਾ, ਇਹ ਬਹੁਤ ਵੱਡਾ ਮੇਰੇ ਵਾਸਤੇ ਖਰਚੇ ਵਾਲੀ ਗੱਲ ਹੈ, ਇੰਨੇ ਪੈਸੇ ਮੈਂ ਕਿੱਥੋਂ ਲੈ ਕੇ ਆਵਾਂਗਾ।
ਤੁਸੀਂ ਇਸ ਤਰ੍ਹਾਂ ਕਰੋ, ਮੇਰੇ ਕੋਲੋਂ 25 ਰੁਪਏ ਲੈ ਲਓ, ਅੱਧੇ ਲੈ ਲਵੋ, ਅੱਧੇ ਮੈਨੂੰ ਛੋਟ ਕਰ ਦਿਓ, ਮੇਰੀ ਗਰੀਬੀ ਵੱਲ ਵੇਖੋ। ਪਰ ਇਹ ਪੰਡਤ ਕਹਿਣ ਲੱਗਾ ਵੀ ਨਹੀਂ, ਮੈਂ ਤੇ 50 ਰੁਪਏ ਹੀ ਲਵਾਂਗਾ, ਇਦੋਂ ਘੱਟ ਮੈਂ ਦਸ਼ਨਾ ਲੈਂਦਾ ਨਹੀਂ, ਔਰ ਮੈਂ ਲਵਾਂਗਾ ਵੀ ਨਹੀਂ। ਜੇ ਤੂੰ ਇੰਨਾ ਧਨ ਮੈਨੂੰ ਦੇ ਸਕਦਾ ਹੈ ਤੇ ਮੇਰੇ ਕੋਲ ਆ ਜਾਵੀਂ, ਨਹੀਂ ਤੇ ਫਿਰ ਤੂੰ ਆਪਣੀ ਮਰਜ਼ੀ ਕਰ। ਇਹ ਗੱਲ ਕਹਿ ਕੇ ਉਹ ਜਿਹੜਾ ਪੰਡਤ ਹੈ ਆਪਣੇ ਘਰ ਚਲਾ ਗਿਆ। ਇਹ ਜਿਹੜਾ ਗਰੀਬ ਪ੍ਰੇਮੀ ਸੀ ਬੜਾ ਚਿੰਤਾ ਵਿੱਚ ਹੈ, ਹੁਣ ਕੀ ਕਰਾਂ। ਇਹਨੂੰ ਚਿੰਤਾ ਵਿੱਚ ਵੇਖ ਕੇ ਕਿਸੇ ਸਿੱਖ ਨੇ ਪੁੱਛਿਆ ਵੀ ਤੈਨੂੰ ਬੜੀ ਪਰੇਸ਼ਾਨ ਤੂੰ ਲੱਗਦਾ, ਚਿੰਤਾ ਬੜੀ ਹੈ, ਕਾਰਨ ਕੀ ਹੈ। ਇਸਨੇ ਕਾਰਨ ਦੱਸਿਆ, ਕਹਿਣ ਲੱਗਾ ਵੀ ਘਰ ਵਿੱਚ ਧੀ ਜਵਾਨ ਵਿਆਹੁਣ ਵਾਲੀ ਹੈ, ਮੈਂ ਲੜਕੇ ਦਾ ਘਰ ਵੀ ਵੇਖ ਲਿਆ, ਸਾਰਾ ਕੁਝ ਤੈਅ ਕਰ ਲਿਆ, ਪਰ ਜਦੋਂ ਵਿਆਹ ਕਰਨ ਦਾ ਸਮਾਂ ਆਇਆ ਤੇ ਪੰਡਤ ਆਖਦਾ ਮੈਂ ਤੇ 50 ਰੁਪਏ ਆਪਣੀ ਜਿਹੜੀ ਮੋਖ ਹੈ ਉਹ ਲਵਾਂਗਾ, ਦਸ਼ਨਾ ਲਵਾਂਗਾ। ਮੈਂ ਇੰਨੀ ਦਸ਼ਨਾ ਦੇ ਨਹੀਂ ਸਕਦਾ, ਮੇਰੀ ਚਿੰਤਾ ਤਾਂ ਕਰਕੇ ਵਧੀ ਹੋਈ ਹੈ। ਸਿੱਖ ਨੇ ਦੱਸਿਆ ਵੀ ਤੂੰ ਗੁਰੂ ਕੇ ਚੱਕ ਚਲੇ ਜਾ, ਅੰਮ੍ਰਿਤਸਰ ਦਾ ਪਹਿਲਾ ਨਾਮ, ਉੱਥੇ ਚਲਾ ਜਾ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰ, ਸਤਿਗੁਰੂ ਤੇਰੇ ਇਸ ਦੁੱਖ ਨੂੰ ਦੂਰ ਕਰ ਦੇਣਗੇ। ਬਚਨ ਸੁਣ ਕੇ ਜਿਹੜਾ ਗਰੀਬ ਸਿੱਖ ਹੈ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਵਿੱਚ ਆਇਆ। ਆ ਕੇ ਇਹਨੇ ਦੱਸਿਆ, ਮਹਾਰਾਜ ਘਰ ਵਿੱਚ ਧੀ ਜਵਾਨ ਹੈ, ਮੈਂ ਵਿਆਹ ਰੱਖਿਆ ਹੈ, ਪੰਡਤ ਜੀ ਨੇ 50 ਰੁਪਏ ਮੇਰੇ ਕੋਲੋਂ ਦਸ਼ਨਾ ਮੰਗੀ ਹੈ, ਪਰ ਮੈਂ ਦੇ ਨਹੀਂ ਸਕਦਾ, ਮੇਰੇ ਕੋਲ ਗਰੀਬੀ ਹੈ, ਮੈਂ 25 ਰੁਪਏ ਦੇਣ ਦੀ ਗੱਲ ਕੀਤੀ ਹੈ, ਪਰ ਉਸਨੇ ਨਾ ਕਰ ਦਿੱਤੀ ਹੈ, ਆਪ ਜੀ ਮੇਰੇ ਤੇ ਕਿਰਪਾ ਕਰੋ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਠੀਕ ਹੈ, ਜਿਹੜਾ ਦਿਨ ਦਾ ਵਿਆਹ ਤੁਸੀਂ ਮੁਕਰਰ ਕੀਤਾ ਹੈ ਉਸ ਦਿਨ ਨੂੰ ਤੂੰ ਲੜਕੇ ਨੂੰ ਲੜਕੀ ਨੂੰ ਲੈ ਕੇ ਰਿਸ਼ਤੇਦਾਰਾਂ ਨੂੰ ਲੈ ਕੇ ਸਾਡੇ ਕੋਲ ਆ ਜਾਇਓ, ਅਸੀਂ ਇਹ ਤੁਹਾਡਾ ਵਿਆਹ ਜਿਹੜਾ ਹੈ ਕਰਵਾ ਦੇਵਾਂਗੇ। ਇਹ ਬਚਨ ਸੁਣ ਕੇ ਬੜਾ ਖੁਸ਼ ਹੋਇਆ, ਆਪਣੇ ਘਰ ਜਾ ਕੇ ਆਪਣੇ ਪਰਿਵਾਰ ਨੂੰ ਦੱਸਿਆ, ਆਪਣੇ ਨਵੇਂ ਕੁੜਮਾਚਾਰੀ ਵਿੱਚ ਵੀ ਇਹ ਗੱਲ ਕੀਤੀ ਹੈ ਵੀ ਆਪਾਂ ਵਿਆਹ ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਕਰਨਾ ਹੈ। ਉਹਨਾਂ ਨੇ ਵੀ ਸਹਿਮਤੀ ਦਿੱਤੀ ਹੈ। ਜਿਸ ਦਿਨ ਵਿਆਹ ਵਾਲਾ ਦਿਨ ਸੀ, ਮਹਾਰਾਜ ਦੇ ਦਰ 'ਤੇ ਆ ਕੇ ਪਹੁੰਚੇ, ਲੜਕਾ ਲੜਕੀ ਔਰ ਦੋਨੇ ਪਰਿਵਾਰ ਪਹੁੰਚ ਗਏ। ਆ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਜੋ ਆਪ ਜੀ ਨੂੰ ਬੇਨਤੀ ਕੀਤੀ ਸੀ ਉਹਦੇ ਮੁਤਾਬਕ ਅਸੀਂ ਆਏ ਹਾਂ, ਆਪ ਜੀ ਕਿਰਪਾ ਕਰੋ, ਵਿਆਹ ਕਾਰਜ ਨੂੰ ਸੰਪੂਰਨ ਕਰਵਾ ਦਿਓ। ਜਦੋਂ ਇਹਨਾਂ ਨੇ ਇਹ ਬਚਨ ਕੀਤਾ ਨਾ, ਤੇ ਉਸ ਵੇਲੇ ਮਹਾਰਾਜ ਦੇ ਕੋਲ ਇੱਕ ਜਗਿਆਸੂ ਸਿੱਖ ਬੈਠਾ ਹੋਇਆ ਸੀ, ਜਿਹੜਾ ਪੁੱਛਦਾ ਪਿਆ ਸੀ ਵੀ ਮਹਾਰਾਜ ਮੁਕਤ ਕਿਵੇਂ ਹੋਈਦਾ ਹੈ ਔਰ ਪਰਮਾਤਮਾ ਦੀ ਕਿਵੇਂ ਪ੍ਰਾਪਤੀ ਹੁੰਦੀ ਹੈ, ਉਹ ਜੋ ਪਤੀ ਪਰਮਾਤਮਾ ਹੈ ਉਹ ਕਿਵੇਂ ਮਿਲਦਾ ਹੈ। ਉਹ ਸਿੱਖ ਵੀ ਇਹ ਗੱਲ ਪੁੱਛਦਾ ਪਿਆ। ਮਹਾਰਾਜ ਉਹਦੇ ਨਾਲ ਬਚਨ ਵਿਲਾਸ ਕਰਦੇ ਪਏ। ਉਹਨੇ ਚਿਰ ਨੂੰ ਇਹ ਗਰੀਬ ਸਿੱਖ ਨੇ ਆਖਿਆ, ਮਹਾਰਾਜ ਲੜਕੀ ਲੜਕਾ ਆ ਗਏ, ਆਪ ਜੀ ਵਿਆਹ ਕਰਵਾ ਦਿਓ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਫਿਰ ਇਹ ਬਾਣੀ ਰਚੀ ਹੈ, ਜਿੱਥੇ ਲੜਕੇ ਲੜਕੀ ਦੋਨਾਂ ਦਾ ਵਿਆਹ ਕਰਵਾਇਆ, ਉੱਥੇ ਨਾਲ ਉਹ ਜਿਹੜਾ ਜਗਿਆਸੂ ਸੀ ਨਾ, ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਰੱਖਣ ਵਾਲਾ, ਉਹਨੂੰ ਵੀ ਨਾਲ ਹੀ ਉਹਦੀ ਪ੍ਰਾਪਤੀ ਕਰਵਾ ਦਿੱਤੀ ਹੈ। ਸੋ ਇਸ ਤਰ੍ਹਾਂ ਇਹ ਬਾਣੀ ਜਿਹੜੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਆਂ ਨੇ ਸਾਨੂੰ ਬਖਸ਼ਿਸ਼ ਕਰਕੇ ਉਚਾਰੀ ਹੈ। ਹਰ ਪਹਿਲੜੀ ਲਾਭ ਪਰਵਿਰਤੇ, ਕਰਮ ਦਰੜਾਇਆ ਬਲਰਾਮ ਜੀਓ। ਸਤਿਗੁਰੂ ਬਖਸ਼ਿਸ਼ ਕਰਦੇ, ਜੋ ਰਾਮ ਰਮਿਆ ਹੋਇਆ ਪਰਮਾਤਮਾ ਹੈ ਨਾ ਭਾਈ, ਉਸ ਪਰਮਾਤਮਾ ਤੋਂ ਬਲ ਕਹੀਏ ਬਲਿਹਾਰ ਜਾਈਏ, ਬਲਰਾਮ ਜੀਓ। ਰਾਮ ਤੋਂ ਭਾਵ ਰਮਿਆ ਹੋਇਆ, ਤੇ ਬਲ ਤੋਂ ਭਾਵ ਹੈ ਬਲਿਹਾਰ ਜਾਣਾ। ਉਸ ਪਰਮਾਤਮਾ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ, ਸਦਕੇ ਜਾਈਏ, ਜਿਸ ਦੀ ਪ੍ਰਾਪਤੀ ਦੀ ਇਹ ਪਹਿਲੜੀ ਲਾਭ, ਪਹਿਲੀ ਪਰਿਕਰਮਾ ਹੈ, ਪਹਿਲੀ ਸਿੱਖਿਆ ਹੈ। ਪਰਮਾਤਮਾ ਨੂੰ ਪ੍ਰਾਪਤ ਕਰਨਾ ਤੇ ਉਹਦੇ ਵਾਸਤੇ ਸਿੱਖਿਆ ਦੀ ਲੋੜ ਹੈ ਨਾ। ਜਿਹੜੀ ਪਹਿਲੀ ਸਿੱਖਿਆ ਹੈ ਉਹ ਤੋਂ ਬਲਿਹਾਰ ਜਾਈਏ, ਪਹਿਲੀ ਪਰਿਕਰਮਾ ਤੋਂ, ਪਹਿਲੇ ਕਦਮ ਤੋਂ। ਤੇ ਪਹਿਲੀ ਸਿੱਖਿਆ ਕੀ ਹੈ? ਆਪਣੇ ਕਰਮ ਨੂੰ ਪ੍ਰਵਿਰਤ ਕਰਨਾ, ਆਪਣੇ ਕਰਮ ਨੂੰ ਬਦਲਣਾ। ਮਾੜੇ ਕਰਮ ਨੂੰ ਬਦਲ ਕੇ
ਸ਼ੁਭ ਇੱਛਾ ਪੈਦਾ ਕਰਨੀ, ਉਹਨੂੰ ਕਹਿੰਦੇ ਪ੍ਰਵਿਰਤੀ ਮਾਰਗ। ਮੰਨ ਲਓ ਕੋਈ ਬੰਦਾ ਝੂਠ ਬੋਲਦਾ ਹੈ, ਉਹ ਝੂਠ ਛੱਡ ਕੇ ਸੱਚ ਬੋਲਣ ਲੱਗ ਪਵੇ, ਉਹਨੂੰ ਕਹਿੰਦੇ ਪ੍ਰਵਿਰਤੀ ਮਾਰਗ। ਵੀ ਮਾੜਾ ਗੁਨਾਹ ਛੱਡ ਦਿੱਤਾ, ਚੰਗੇ ਪਾਸੇ ਲੱਗ ਪਿਆ ਹੈ। ਕੋਈ ਬੰਦਾ ਨਿੰਦਿਆ ਕਰਦਾ ਹੈ, ਉਹ ਨਿੰਦਿਆ ਛੱਡ ਕੇ ਉਸਤਤ ਕਰਨ ਲੱਗ ਪਵੇ, ਉਹਨੂੰ ਕਹਿੰਦੇ ਪ੍ਰਵਿਰਤੀ ਮਾਰਗ। ਬਦਲ ਜਾਣਾ, ਆਪਣੇ ਮਾੜੇ ਕੰਮ ਨੂੰ ਛੱਡ ਕੇ ਚੰਗੇ ਪਾਸੇ ਚੱਲਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਦੀ ਪ੍ਰਾਪਤੀ ਦੀ ਪਹਿਲੀ ਜਿਹੜੀ ਪਰਿਕਰਮਾ ਹੈ, ਜਾਂ ਕਹਿ ਲਈਏ ਜਿਹੜੀ ਪਹਿਲੀ ਸਿੱਖਿਆ ਹੈ, ਉਹ ਸਿੱਖਿਆ ਇਹ ਹੈ ਪ੍ਰਵਿਰਤੀ। ਪ੍ਰਵਿਰਤੀ ਤੋਂ ਭਾਵ ਆਪਣੇ ਆਪ ਨੂੰ ਬਦਲ ਕੇ ਮਾੜੀ ਇੱਛਾ ਤੋਂ ਸ਼ੁਭ ਇੱਛਾ ਜਿਹੜੀ ਹੈ ਉਸ ਨੂੰ ਬਣਾ ਦੇਣਾ। ਇਹ ਸਤਿਗੁਰਾਂ ਨੇ ਦ੍ਰਿੜਾਇਆ ਤੋਂ ਭਾਵ ਕਿ ਗੁਰੂ ਨੇ ਇਹ ਕਰਮ ਸਾਨੂੰ ਪੱਕਾ ਕਰਵਾ ਦਿੱਤਾ ਹੈ। ਗੁਰੂ ਕਿਹਾ ਸਿੱਖਾ ਮਾੜੇ ਔਗਣ ਛੱਡ ਕੇ ਚੰਗੇ ਗੁਣਾਂ ਦੀ ਜਿਹੜੀ ਹੈ ਉਹ ਪ੍ਰਾਪਤੀ ਕਰਨਾ ਕਰ। ਵਿਖਿਆ ਵਿਖੈ ਭਈ ਦੁਐਖਤਾ ਗੁਰ ਤੀਰਥ ਅਨੁਰਾਗ, ਤਾਂ ਤੇ ਸ਼ੁਭ ਇੱਛਾ ਕਹੀ ਕਥਾ ਸ਼ਰਵਨ ਮਨ ਲਾਗ। ਸ਼ੁਭ ਇੱਛਾ ਕੀ ਹੈ? ਵਿਖਿਆ ਵਿਖੈ ਭਈ ਦੁਐਖਤਾ। ਜੇ ਵਕਾਰਾਂ ਵਿੱਚ ਲੱਗੇਗਾ ਨਾ, ਵਕਾਰਾਂ ਵਿੱਚ ਲੱਗਣ ਕਰਕੇ ਤੇਰਾ ਜਿਹੜਾ ਸਰੀਰ ਹੈ ਇਹਦੇ ਵਿੱਚ ਜਿੱਥੇ ਵਕਾਰ ਪੈਦਾ ਹੋਣਗੇ ਉੱਥੇ ਕਮਜ਼ੋਰੀ ਪੈਦਾ ਹੋਵੇਗੀ। ਵਿਖਿਆ ਵਿਖੈ ਭਈ ਦੁਐਖਤਾ, ਵਕਾਰਾਂ ਵਿੱਚ ਲੱਗਣ ਕਰਕੇ ਈਰਖਾ ਪੈਦਾ ਹੁੰਦੀ ਹੈ। ਇਹ ਮਾੜਾ ਔਗਣ ਹੈ। ਇਸ ਮਾੜੇ ਔਗਣ ਨੂੰ ਛੱਡ ਕੇ ਕੀ ਕਰਨਾ? ਗੁਰ ਤੀਰਥ ਅਨੁਰਾਗ। ਜਿਹੜੇ ਗੁਰੂ ਦੇ ਤੀਰਥ ਅਸਥਾਨ ਨੇ, ਜਿਹੜੇ ਇਤਿਹਾਸਕ ਸਥਾਨ ਨੇ, ਉਹਨਾਂ ਦੀ ਪ੍ਰੇਮ ਨਾਲ ਯਾਤਰਾ ਕਰਨੀ। ਹੁਣ ਇੱਕ ਪਾਸੇ ਵਕਾਰ ਭੋਗਦਾ ਸੀ, ਇੱਕ ਪਾਸੇ ਤੀਰਥਾਂ ਦੀ ਯਾਤਰਾ ਕਰਨੀ ਸ਼ੁਭ ਇੱਛਾ ਰੱਖ ਕੇ, ਇਹਨੂੰ ਕਹਿੰਦੇ ਸ਼ੁਭ ਇੱਛਾ। ਮਾੜੇ ਪਾਪ ਵਕਾਰ ਛੱਡ ਕੇ ਗੁਰੂ ਤੀਰਥਾਂ ਦੀ ਯਾਤਰਾ ਕਰਨ ਚੱਲਣਾ, ਔਰ ਯਾਤਰਾ ਕਰਨੀ ਪ੍ਰੇਮ ਦੇ ਨਾਲ, ਵਿਧੀ ਦੇ ਮੁਤਾਬਕ, ਉਸ ਮੁਤਾਬਕ ਯਾਤਰਾ 'ਤੇ ਚੱਲਣਾ। ਤਾਂ ਤੇ ਸ਼ੁਭ ਇੱਛਾ ਕਹੀ, ਇਸ ਕਰਕੇ ਇਸ ਨੂੰ ਸ਼ੁਭ ਇੱਛਾ ਆਖਿਆ ਜਾਂਦਾ ਹੈ। ਕਥਾ ਸ਼ਰਵਨ ਮਨ ਲਾਗ। ਸਭ ਤੋਂ ਸ਼ੁਭ ਇੱਛਾ ਇਹ ਹੈ ਜਿਹੜੀ ਹਰੀ ਦੀ ਕਥਾ ਸਰਵਨ ਕਰਨੀ ਹੈ। ਜਿਵੇਂ ਤੀਰਥ ਯਾਤਰਾ ਕਰਨੀ ਭਲੇ ਦਾ ਕਰਮ ਹੈ, ਉਹਦੇ ਤੋਂ ਵੀ ਭਲੇ ਦਾ ਕੰਮ ਇਹ ਹੈ ਵੀ ਕਥਾ ਸਰਵਨ ਕਰਨੀ, ਗੁਰਬਾਣੀ ਸਰਵਨ ਕਰਨੀ। ਸ਼ਬਦ ਅਸੀਂ ਪੜ੍ਹਦੇ ਹੋਵਾਂਗੇ ਪਾਠ ਦੇ ਰੂਪ ਦੇ ਵਿੱਚ, ਸ਼ਬਦ ਅਸੀਂ ਸਰਵਨ ਕਰਦੇ ਹਾਂ ਕੀਰਤਨ ਦੇ ਰੂਪ ਦੇ ਵਿੱਚ, ਸਰਵਨ ਕਰ ਲਿਆ, ਪਰ ਇਹਦਾ ਇਹ ਨਹੀਂ ਪਤਾ ਲੱਗਾ ਵੀ ਭਾਵ ਕੀ ਹੈ। ਜਦੋਂ ਅਸੀਂ ਕਥਾ ਸਰਵਨ ਕਰਾਂਗੇ ਫਿਰ ਸਾਨੂੰ ਉਹਦੇ ਭਾਵ ਦਾ ਪਤਾ ਲੱਗੇਗਾ ਵੀ ਸਤਿਗੁਰੂ ਸਾਨੂੰ ਇਹ ਬਚਨ ਕਹਿ ਰਹੇ ਨੇ, ਸਾਨੂੰ ਇਹ ਕੰਮ ਕਰਨਾ ਚਾਹੀਦਾ। ਇਸ ਕਰਕੇ ਜਿਹੜੀ ਕਥਾ ਹੈ ਉਸ ਨੂੰ ਸਭ ਤੋਂ ਸ੍ਰੇਸ਼ਟ ਔਰ ਸ਼ੁਭ ਕਰਮ ਆਖਿਆ ਹੈ। ਗੁਰੂ ਕਿਹਾ ਸਿੱਖਾ ਇਹ ਕਰਮ ਤੂੰ ਕਰਨਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਜ਼ੂਰ ਸਾਹਿਬ ਦੀ ਧਰਤੀ 'ਤੇ 52 ਹੁਕਮ ਸਿੱਖਾਂ ਨੂੰ ਆਖੇ। 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਇਹ ਵੀ ਹੈ, ਦੀਵਾਨ ਦੇ ਵਿੱਚ ਬੈਠਣਾ ਔਰ ਕਥਾ ਸਰਵਨ ਕਰਨੀ, ਕੀਰਤਨ ਸਰਵਨ ਕਰਨਾ। ਜਿਹੜੇ 52 ਹੁਕਮ ਨੇ ਨਾ ਮਹਾਰਾਜ ਦੇ ਵੀ ਆਹ ਸਿੱਖ ਸਾਡਾ ਕੰਮ ਕਰੇ, ਉਹਨਾਂ 52 ਕੰਮਾਂ ਦੇ ਵਿੱਚੋਂ ਇੱਕ ਕੰਮ ਇਹ ਹੈ ਜਿਹੜਾ ਦੀਵਾਨ ਵਿੱਚ ਬੈਠ ਕੇ ਕਥਾ ਸਰਵਨ ਕਰਨੀ ਹੈ। ਕਿਉਂਕਿ ਮਹਾਰਾਜ ਜਾਣਦੇ ਨੇ ਕਿ ਇਹਦੇ ਵਰਗਾ ਵੱਡੀ ਕੋਈ ਦਾਤ ਨਹੀਂ ਹੈ, ਇਹ ਸਭ ਤੋਂ ਵੱਡੀ ਸ਼ੁਭ ਇੱਛਾ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਲ ਹੈ। ਜੇ ਤੇਰੇ ਵਿੱਚ ਵਕਾਰਾਂ ਦੀ ਬਿਰਤੀ ਆ ਗਈ ਨਾ, ਆਪਾਂ ਹੁਣੇ ਬਚਨ ਸਰਵਨ ਕੀਤਾ ਸੀ, ਕਾਮ ਕ੍ਰੋਧ ਜਿਹੜੇ ਵਕਾਰ ਨੇ ਇਹ ਤੇਰੇ ਸਰੀਰ ਨੂੰ ਗਾਲ ਦਿੰਦੇ, ਕਮਜ਼ੋਰ ਕਰ ਦਿੰਦੇ। ਜਿਹੜੇ ਬੰਦੇ ਨੂੰ ਬਹੁਤਾ ਗੁੱਸਾ ਆਉਂਦਾ ਉਹ ਵੀ ਆਪਣੇ ਸਰੀਰ ਦਾ ਨੁਕਸਾਨ ਕਰਦਾ ਪਿਆ। ਜਿਹੜੇ ਬੰਦੇ ਨੂੰ ਹਰ ਵੇਲੇ ਮਾੜੇ ਫੁਰਨੇ ਆਉਂਦੇ, ਮਾੜੀਆਂ ਵਾਸ਼ਨਾਵਾਂ ਪੈਦਾ ਹੁੰਦੀਆਂ, ਉਹ ਵੀ ਸਰੀਰ ਨੂੰ ਕਮਜ਼ੋਰ ਕਰ ਦਿੰਦੀਆਂ। ਇਹ ਜਿਹੜੇ ਵਕਾਰ ਨੇ ਇਹ ਸਰੀਰ ਨੂੰ ਕਮਜ਼ੋਰ ਕਰਦੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਸਰੀਰ ਨੂੰ ਗੱਲ ਤੋਂ ਭਾਵ ਕਮਜ਼ੋਰ ਕਰ ਦਿੰਦੇ, ਬਰਬਾਦ ਕਰ ਦਿੰਦੇ, ਖਰਾਬ ਕਰ ਦਿੰਦੇ। ਕਿਵੇਂ ਕਰ ਦਿੰਦੇ? ਜੋ ਕੰਚਨ ਸੁਹਾਗਾ ਢਲ ਹੈ। ਜਿਵੇਂ ਸੁਹਾਗ ਦੇ ਨਾਲ ਕੰਚਨ ਨੂੰ ਢਾਲਿਆ ਜਾਂਦਾ, ਭੱਠੀ ਵਿੱਚ ਪਾ ਕੇ। ਹੁਣ ਸੋਨਾ ਤੇ ਗੁਰਮੁਖੋ ਬੜਾ ਤਕੜਾ, ਪਰ ਉਸ ਨੂੰ ਸੁਹਾਗ ਦੇ ਸਮੇਤ ਜਦੋਂ ਭੱਠੀ ਵਿੱਚ ਪਾ ਕੇ ਸੇਕ ਦਿੱਤਾ ਜਾਂਦਾ ਨਾ,
ਤੇ ਉਹ ਸੋਨੇ ਦਾ ਆਕਾਰ ਮੋੜਿਆ ਜਾਂਦਾ, ਜਿੱਧਰ ਨੂੰ ਮਰਜ਼ੀ ਉਹਨੂੰ ਵਿੰਗਾ ਟੇਢਾ ਕਰ ਲਓ, ਜਿੱਧਰ ਨੂੰ ਮਰਜ਼ੀ ਉਸ ਨੂੰ ਨਰਮ ਕਰ ਲਓ। ਜਿਵੇਂ ਭੱਠੀ ਵਿੱਚ ਪੈ ਕੇ ਸੋਨਾ ਨਰਮ ਹੋ ਜਾਂਦਾ ਹੈ, ਇਸੇ ਤਰ੍ਹਾਂ ਵਕਾਰਾਂ ਵਿੱਚ ਪੈ ਕੇ ਤੇਰਾ ਸਰੀਰ ਕਮਜ਼ੋਰ ਹੋ ਜਾਏਗਾ। ਤਾਂ ਮਹਾਰਾਜ ਨੇ ਇਹਨਾਂ ਤੋਂ ਬਚਣ ਵਾਸਤੇ ਆਖਿਆ ਹੈ। ਇਸ ਕਰਕੇ ਨਿਸ਼ਚੇ ਕਰਕੇ ਵਿਸ਼ਿਆਂ ਦੇ ਤਰਫੋਂ ਗਿਲਾਨ ਕਰਨੀ, ਨਫ਼ਰਤ ਕਰਨੀ ਹੈ ਔਰ ਗੁਰੂ ਤੀਰਥਾਂ ਦੀ ਯਾਤਰਾ ਕਰਨੀ ਹੈ। ਤੇ ਜਿਹੜੀ ਯਾਤਰਾ ਕਰਨੀ ਉਹ ਸ਼ੁਭ ਵਿਧੀ ਦੇ ਨਾਲ ਕਰਨੀ ਹੈ, ਕਿ ਜਿਹੜਾ ਮਹਾਰਾਜ ਦਾ ਵਿਧੀ ਵਿਧਾਨ ਉਸ ਮੁਤਾਬਕ ਯਾਤਰਾ ਤੇ ਜਾਣਾ ਹੈ। ਅਤੇ ਮਹਾਰਾਜ ਕਹਿਣ ਲੱਗੇ ਮਨ ਦੀ ਸ਼ੁੱਧੀ ਦਾ ਇਹ ਕਾਰਨ ਬਣ ਜਾਂਦਾ ਹੈ। ਤਾਂ ਹੀ ਲਿਖਿਆ ਕਿ ਜਿਹੜੀ ਕਥਾ ਹੈ ਨਾ ਉਹ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ। ਬਚਨ ਮਹਾਰਾਜ ਜੀਆਂ ਦਾ ਨੀਕੀ ਜੀ ਕੀ ਹਰ ਕਥਾ, ਨੀਕੀ ਜੀ ਕੀ ਹਰ ਕਥਾ ਉੱਤਮ। ਪਰਮਾਤਮਾ ਦੀ ਕਥਾ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ। ਆਨ ਸਗਲ ਰਸ ਫੀਕੀ ਰੇ, ਬਾਕੀ ਦੁਨੀਆ ਦੇ ਪਦਾਰਥ ਸਭ ਫਿੱਕੇ ਨੇ, ਬੇਕਾਰ ਨੇ। ਬਹੁ ਗੁਣ ਧੁਨ ਮੁਨ ਜਨ ਖਟ ਬੇਤੇ, ਅਵਰਣਾ ਕਿਛ ਲਾਇਕੀ ਦੇ। ਇਸ ਕਥਾ ਦੇ ਵਿੱਚ ਬੜੇ ਗੁਣ ਨੇ ਜਿਹੜੇ ਧਾਰਨ ਕਰਨੇ ਪੈਣਗੇ। 6 ਸ਼ਾਸਤਰਾਂ ਨੂੰ ਪੜ੍ਹਨ ਵਾਲੇ ਜਿਹੜੇ ਮੁਨੀ ਨੇ, ਉਹ ਮੁਨੀ ਵੀ ਇਹ ਗੱਲ ਕਹਿੰਦੇ ਨੇ, ਜਿਨ੍ਹਾਂ ਨੂੰ 6 ਸ਼ਾਸਤਰਾਂ ਦਾ ਗਿਆਨ ਹੈ, ਉਹ ਮੁਨੀ ਲੋਕ ਵੀ ਇਹ ਗੱਲ ਕਹਿੰਦੇ ਨੇ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ ਫਿੱਕਾ ਹੈ, ਸਭ ਕੁਝ ਐਵੇਂ ਹੀ ਹੈ। ਸਤਿਗੁਰੂ ਕਹਿਣ ਲੱਗੇ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਪਹਿਲੜੀ ਲਾਭ ਕੀ ਹੈ? ਜਿਹੜੀ ਸ਼ੁਭ ਇੱਛਾ ਧਾਰਨ ਕਰਨੀ ਹੈ, ਇਹ ਪਹਿਲੜੀ ਲਾਭ ਹੈ, ਇਹ ਪਹਿਲੀ ਸਿੱਖਿਆ ਹੈ, ਇਹ ਪਹਿਲੀ ਪੌੜੀ ਹੈ। ਆਪਣੇ ਆਪ ਨੂੰ ਪ੍ਰਵਿਰਤ ਕਰਨਾ, ਬਦਲਣਾ, ਮਾੜੇ ਕੰਮ ਤੋਂ ਉੱਠ ਕੇ ਚੰਗੇ ਕੰਮ ਪਾਸੇ ਚੱਲਣਾ, ਉਹਨੂੰ ਕਹਿੰਦੇ ਪ੍ਰਵਿਰਤੀ ਮਾਰਗ ਹੈ। ਜਿਵੇਂ ਭਾਈ ਬਿਧੀ ਚੰਦ ਨੇ ਪਹਿਲਾਂ ਮੱਝਾਂ ਗਾਵਾਂ ਦੀ ਚੋਰੀ ਕਰਦੇ, ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਉਹ ਸਭ ਕੁਝ ਛੱਡ ਦਿੱਤਾ, ਨਾਮ ਜਪਣ ਵਾਲੇ ਪਾਸੇ ਚੱਲ ਪਏ। ਜਿਵੇਂ ਭਾਈ ਲਖੀਆ ਜੀ ਨੇ ਪਹਿਲਾਂ ਡਾਕੂ ਨੇ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਸਾਧੂ ਬਣ ਗਿਆ। ਇਹਨੂੰ ਕਹਿੰਦੇ ਪ੍ਰਵਿਰਤੀ ਮਾਰਗ। ਪਹਿਲੇ ਅਵਗੁਣਾਂ ਨੂੰ ਛੱਡ ਕੇ, ਪਾਪਾਂ ਨੂੰ ਛੱਡ ਕੇ ਆਪਣੇ ਆਪ ਨੂੰ ਬਦਲ ਦੇਣਾ, ਚੰਗੇ ਪਾਸੇ ਚੱਲ ਪੈਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਕਰਮ ਜਿਹੜਾ ਹੈ ਇਹ ਸਤਿਗੁਰਾਂ ਨੇ ਦ੍ਰਿੜ ਕਰਵਾ ਦਿੱਤਾ ਹੈ, ਇਹ ਮਹਾਰਾਜ ਨੇ ਸਮਝ ਦਿੱਤੀ ਹੈ ਵੀ ਇਸ ਤਰ੍ਹਾਂ ਦੇ ਕਰਮ ਜਿਹੜੇ ਨੇ ਉਹਨਾਂ ਨੂੰ ਕਰੇਗਾ ਤੇ ਤੇਰਾ ਭਲਾ ਹੋ ਜਾਏਗਾ। ਇਹ ਸਤਿਗੁਰੂ ਬਖਸ਼ਦੇ ਹਨ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਸਤਿਗੁਰੂ ਮਹਾਰਾਜ ਕਹਿਣ ਲੱਗੇ ਬ੍ਰਹਮਾ ਜਿਸ ਦਾ ਗ੍ਰੰਥੀ ਹੈ, ਪੜ੍ਹਨ ਵਾਲਾ, ਐਸੀ ਜਿਹੜੀ ਵੇਦ ਬਾਣੀ ਹੈ, ਬਚਨ ਆਪਾਂ ਪੜ੍ਹਦੇ ਨਾ, ਠਾਂਡਾ ਬ੍ਰਹਮਾ ਨਿਗਮ ਵਿਚਾਰੈ। ਬ੍ਰਹਮਾ ਵਰਗੇ ਦੇਵਤੇ ਵੀ ਖੜ ਕੇ ਪਰਮਾਤਮਾ ਤੇਰੇ ਦਰ ਦੇ ਉੱਪਰ ਤੇਰੀ ਸਿਫਤ ਕਰਦੇ ਪਏ। ਬ੍ਰਹਮਾ ਨੂੰ ਵੇਦਾਂ ਦਾ ਗ੍ਰੰਥੀ ਮੰਨਿਆ ਹੈ। ਕਹਿਣ ਲੱਗੇ ਬ੍ਰਹਮਾ ਵਰਗੇ ਦੇਵਤੇ ਜਿਹੜੇ ਗ੍ਰੰਥੀ ਬਣ ਕੇ ਕੀ ਕਰਦੇ ਪਏ ਨੇ? ਵੇਦ ਬਾਣੀ, ਵੇਦ ਬਾਣੀ ਨੂੰ ਉਚਾਰਦੇ ਪਏ, ਪੜ੍ਹਦੇ ਪਏ, ਸੁਣਾਉਂਦੇ ਪਏ। ਐਸਾ ਜਿਹੜਾ ਧਰਮ ਹੈ ਉਸ ਨੂੰ ਦ੍ਰਿੜ ਕਰ ਗੁਰੂ ਦੇ ਦੁਆਰਾ, ਤੇ ਪਾਪ ਤਜਾਇਆ, ਪਾਪ ਨੂੰ ਛੱਡ ਦੇਣਾ ਕਰ। ਗੁਰਮੁਖੋ ਇਹ ਸਾਰੀਆਂ ਸ਼ੁਭ ਇੱਛਾ ਨੇ। ਧਾਰਮਿਕ ਗ੍ਰੰਥ ਨੂੰ ਪੜ੍ਹਨਾ, ਫਿਰ ਉਹ 'ਤੇ ਅਮਲ ਕਰਨਾ, ਇਹ ਹੈ ਸ਼ੁਭ ਇੱਛਾ। ਪਾਪ ਤਜਾਇਆ, ਪਾਪ ਨੂੰ ਛੱਡਣਾ, ਜਾਂ ਪਾਪ ਨੂੰ ਛੱਡਣ ਦੀ ਇੱਛਾ ਹੋਣੀ ਕਿ ਮੇਰੇ ਕੋਲੋਂ ਪਾਪ ਗੁਨਾਹ ਛੁੱਟ ਜਾਣ, ਮੈਂ ਮਾੜੇ ਕਰਮਾਂ ਤੋਂ ਪਰੇ ਹੋ ਜਾਵਾਂ। ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਬਿਰਤੀ ਧਾਰਨ ਕਰਨੀ। ਐਸੇ ਰਾਮ ਤੋਂ, ਐਸੇ ਗੁਰੂ ਤੋਂ ਬਲਿਹਾਰ ਜਾਣਾ ਕਰੀਏ। ਧਰਮ ਦ੍ਰਿੜੋ ਹਰ ਨਾਮ ਧਿਆਵੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਧਰਮ ਨੂੰ ਭਾਈ ਦ੍ਰਿੜ ਕਰ। ਧਰਮ ਕੀ ਹੈ? ਧਰਮ ਦੇ 10 ਅੰਗ ਲਿਖੇ ਵਿਦਵਾਨਾਂ ਨੇ। ਆਪਾਂ ਕਹਿ ਦਿੰਦੇ ਮੈਂ ਧਰਮੀ ਬਣ ਗਿਆ। ਧਰਮੀ ਕੀ ਬਣ ਗਿਆ? ਕਿ ਮੈਂ ਅੰਮ੍ਰਿਤ ਛਕ ਲਿਆ ਹੈ, ਮੈਂ ਸਿੱਖ ਬਣ ਗਿਆ। ਪਰ ਇਕੱਲਾ ਅੰਮ੍ਰਿਤ ਛਕਣ ਦੇ ਨਾਲ ਤੂੰ ਸਿੱਖ ਤੇ ਬਣ ਗਿਆ ਹੈ, ਪਰ ਧਰਮੀ ਨਹੀਂ ਬਣਿਆ ਹੈ। ਧਰਮੀ ਕਿਵੇਂ ਬਣੇਗਾ? ਉਹਦੇ ਵਾਸਤੇ ਤੈਨੂੰ 10 ਗੁਣ ਜਿਹੜੇ ਉਹ ਧਾਰਨ ਕਰਨੇ ਪੈਣਗੇ, ਤਾਂ ਧਰਮੀ ਬਣੇਗਾ। ਵਿਦਵਾਨਾਂ ਨੇ ਲਿਖਿਆ ਹੈ ਖਿਮਾ, ਅਹਿੰਸਾ, ਦਇਆ, ਬਿਰਧ, ਸਤ ਬਚਨ, ਤਾਪ, ਦਾਨ। ਇਹ ਹੈ ਨਿਸ਼ਾਨੀ ਧਰਮੀ ਬੰਦੇ ਦੀ। ਸਭ ਤੋਂ ਪਹਿਲਾਂ ਕੀ ਹੈ? ਤੇਰੇ ਵਿੱਚ ਖਿਮਾ ਧਾਰਨ ਕਰਨ ਦਾ ਗੁਣ ਹੋਣਾ ਚਾਹੀਦਾ। ਖਿਮਾ ਕਹਿੰਦੇ ਮਾਫ ਕਰਨਾ।
ਜੇ ਕੋਈ ਵਿਅਕਤੀ ਸ਼ਰਨ ਵਿੱਚ ਆ ਗਿਆ ਨਾ, ਮਾਫੀ ਮੰਗਦਾ ਪਿਆ, ਮੇਰੇ ਕੋਲੋਂ ਆ ਗੁਨਾਹ ਹੋ ਗਿਆ, ਤੇ ਉਹਨੂੰ ਮਾਫ ਕਰ ਦੇਣਾ, ਇਹ ਹੈ ਧਰਮ ਦਾ ਪਹਿਲਾ ਗੁਣ। ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਜੇ ਕੋਈ ਅੰਮ੍ਰਿਤਧਾਰੀ ਵਿਅਕਤੀ ਗਲਤੀ ਕਰਦਾ ਹੈ, ਉਹ ਜਾ ਕੇ ਉੱਥੇ ਆਪਣੀ ਗਲਤੀ ਮੰਨ ਲੈਂਦਾ ਹੈ, ਮੇਰੇ ਕੋਲੋਂ ਇਹ ਗਲਤੀ ਹੋਈ ਹੈ, ਫਿਰ ਉਹਨੂੰ ਤਨਖਾਹ ਲੱਗਦੀ ਹੈ ਵੀ ਭਾਈ ਇੰਨੇ ਦਿਨ ਬਾਟੇ ਭਾਂਡੇ ਮਾਂਜਣੇ ਨੇ, ਇੰਨੇ ਦਿਨ ਤੂੰ ਪਾਠ ਕਰਨਾ, ਇੰਨੇ ਦਿਨ ਝਾੜੂ ਲਾਉਣਾ, ਜਾਂ ਇੰਨੀ ਗੁਰਬਾਣੀ ਪੜ੍ਹਨੀ ਜਾਂ ਸਰਵਣ ਕਰਨੀ ਹੈ। ਇਹ ਧਰਮ ਦੀ ਇੱਕ ਨਿਸ਼ਾਨੀ ਹੈ। ਕਈ ਵਾਰੀ ਅਸੀਂ ਅਣਜਾਣ ਹੋਣ ਕਰਕੇ ਇਹ ਗੱਲ ਕਹਿ ਦਿੰਦੇ ਹਾਂ, ਲਓ ਜੀ ਇਹਨੇ ਪਾਪ ਕੀਤਾ, ਇਹਨੂੰ ਤੇ ਮਾਫੀ ਮਿਲਣੀ ਨਹੀਂ ਚਾਹੀਦੀ ਹੈ, ਇਹਨੂੰ ਤੇ ਸਜ਼ਾ ਹੋਣੀ ਚਾਹੀਦੀ ਹੈ। ਪਰ ਨਹੀਂ, ਧਰਮ ਦੇ ਵਿੱਚ ਇੱਕ ਇਹ ਗੁਣ ਹੈ ਵੀ ਜਿਹੜਾ ਆ ਗਿਆ ਮਾਫੀ ਮੰਗਣ ਵਾਸਤੇ, ਉਹਨੂੰ ਮਾਫ ਵੀ ਕਰਨਾ ਹੈ, ਉਹਨੂੰ ਮਾਫੀ ਦੇ ਦੇਣੀ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਜੱਸਾ ਸਿੰਘ ਹੋਏ ਰਾਮਗੜੀਆ ਜੀ, ਕਿਸੇ ਕਾਰਨ ਉਹਨਾਂ ਦੇ ਕੋਲੋਂ ਆਪਣੀ ਜ਼ਿੰਦਗੀ ਵਿੱਚ ਕੋਈ ਗੁਨਾਹ ਹੋ ਗਿਆ, ਪਰਿਵਾਰ ਦੇ ਵਿੱਚ ਰਹਿੰਦਿਆਂ ਧਰਮ ਨੇ, ਪੰਥ ਨੇ ਛੱਡ ਦਿੱਤਾ, ਪਰੇ ਕਰ ਦਿੱਤਾ ਵੀ ਇਹਦੇ ਨਾਲ ਬੋਲਣਾ ਵਰਤਣਾ ਨਹੀਂ ਹੈ, ਕਿਉਂਕਿ ਇਸ ਨੇ ਗੁਨਾਹ ਕੀਤਾ ਹੈ। ਇੱਕ ਸਮਾਂ ਇਹੋ ਜਿਹਾ ਬਣਿਆ, ਖਾਲਸੇ ਨੂੰ ਰਾਮ ਰੌਣੀ ਦੇ ਕਿਲੇ ਵਿੱਚ ਘੇਰਾ ਪੈ ਗਿਆ। ਅੰਦਰ ਗੁਰੂ ਕੇ ਸਿੱਖ ਜਿਹੜੇ ਸਨ ਉਹ ਕਾਬੂ ਆ ਗਏ, ਬਾਹਰੋਂ ਘੇਰਾ ਪਾ ਲਿਆ ਮੁਗਲ ਫੌਜ ਨੇ। ਜਦੋਂ ਇਸ ਗੱਲ ਦਾ ਭਾਈ ਜੱਸਾ ਸਿੰਘ ਰਾਮਗੜੀਆ ਨੂੰ ਪਤਾ ਲੱਗਾ ਵੀ ਮੇਰੇ ਨਾਲ ਦੇ ਸਾਥੀ, ਭਾਵੇਂ ਕਿ ਉਹਨਾਂ ਨੇ ਮੈਨੂੰ ਛੱਡਿਆ ਹੋਇਆ, ਪਰ ਹੈ ਤੇ ਅਸੀਂ ਇੱਕੇ ਗੁਰੂ ਦੇ, ਉਹਨਾਂ ਨੇ ਚਿੱਠੀ ਦੇ ਰਾਹੀਂ ਅੰਦਰ ਇਹ ਸੁਨੇਹਾ ਭੇਜਿਆ ਵੀ ਤੁਸੀਂ ਦੱਸੋ ਵੀ ਮੈਂ ਤੁਹਾਡੀ ਕੀ ਸੇਵਾ ਕਰਾਂ, ਕੀ ਮਦਦ ਕਰਾਂ। ਜਦੋਂ ਅੰਦਰ ਸੁਨੇਹਾ ਪਹੁੰਚਿਆ ਤੇ ਉਹਨਾਂ ਨੇ ਅੰਦਰੋਂ ਇਹ ਉੱਤਰ ਦਿੱਤਾ ਵੀ ਇਹ ਜਿਹੜਾ ਘੇਰਾ ਪਿਆ ਨਾ, ਇਹਨੂੰ ਛੁਡਾਇਆ ਜਾਵੇ ਤੇ ਸਾਨੂੰ ਬਾਹਰ ਕੱਢਿਆ ਜਾਵੇ। ਆਪਣਾ ਦਲ ਲੈ ਕੇ, ਆਪਣੀ ਫੌਜ ਲੈ ਕੇ ਸਰਦਾਰ ਜੱਸਾ ਸਿੰਘ ਨੇ ਜਿਹੜਾ ਬਾਹਰ ਘੇਰਾ ਪਿਆ ਸੀ ਨਾ, ਉਹਨੂੰ ਤੋੜਿਆ, ਤੇ ਜਿਹੜੇ ਅੰਦਰ ਕਿਲੇ ਦੇ ਕੈਦ ਸਨ ਉਹਨਾਂ ਨੂੰ ਬਾਹਰ ਕੱਢਿਆ। ਜਦੋਂ ਇਹ ਸੇਵਾ ਕੀਤੀ ਤੇ ਪੰਥ ਨੇ ਇਕੱਠੇ ਹੋ ਕੇ ਫਿਰ ਬੁਲਾਇਆ, ਕਹਿਣ ਲੱਗੇ ਜੀ ਤੁਸੀਂ ਗੁਨਾਹ ਕੀਤਾ ਸੀ, ਉਹਦੇ ਕਰਕੇ ਤੁਹਾਨੂੰ ਪੰਥ ਤੋਂ ਵੱਖਰਾ ਕੀਤਾ ਸੀ, ਪਰ ਅੱਜ ਤੁਸੀਂ ਸੇਵਾ ਕੀਤੀ ਹੈ, ਤੁਹਾਡੀ ਪਹਿਲੀ ਗਲਤੀ ਮਾਫ, ਤੁਸੀਂ ਹੁਣ ਪੰਥ ਦੇ ਵਿੱਚ ਆ ਜਾਓ, ਤੁਸੀਂ ਹੁਣ ਪੰਥ ਦਾ ਇੱਕ ਹਿੱਸਾ ਬਣ ਗਏ ਹੋ, ਇੱਕ ਪੰਥ ਦਾ ਅੰਗ ਬਣ ਗਏ ਹੋ। ਇਹ ਹੈ ਖਿਮਾ ਕਰਨ ਦਾ ਗੁਣ, ਪੰਥ ਨੂੰ ਮਾਫ ਕਰਨ ਦਾ ਹੱਕ ਗੁਰੂ ਨੇ ਦਿੱਤਾ ਹੈ। ਇਹ ਧਰਮ ਦਾ ਇੱਕ ਅੰਗ ਹੈ। ਆਪਾਂ ਕਹਿ ਦਿੰਦੇ ਮੈਂ ਧਰਮੀ ਹਾਂ, ਧਰਮੀ ਤਾਂ ਹੈ ਜੇ ਤੇਰੇ ਕੋਲ ਮਾਫੀ ਦੇਣ ਦਾ ਕਹਿ ਲਈਏ ਹੌਸਲਾ ਹੈ, ਜਾਂ ਤੂੰ ਮਾਫੀ ਦੇਣ ਦੇ ਹੱਕ ਵਿੱਚ ਹੈ, ਤਾਂ ਤੂੰ ਧਰਮੀ ਹੈ। ਇਹ ਪਹਿਲਾ ਗੁਣ ਹੈ। ਦੂਜਾ ਮਹਾਰਾਜ ਨੇ ਆਖਿਆ ਅਹਿੰਸਾ। ਅਹਿੰਸਾ ਤੋਂ ਭਾਵ ਹੁੰਦਾ ਜੀਵ ਹੱਤਿਆ ਨਾ ਕਰਨੀ। ਇਹ ਧਰਮ ਦਾ ਦੂਜਾ ਅੰਗ ਹੈ। ਹਰੇਕ ਧਰਮ ਇਹ ਗੱਲ ਕਹਿੰਦਾ ਹੈ ਕਿ ਜੀਵ ਹੱਤਿਆ ਨਾ ਕਰੋ, ਪਰ ਹਰੇਕ ਧਰਮ ਦੇ ਵਿੱਚ ਚੋਰ ਮੋਰੀਆਂ ਰਾਹੀਂ ਸਭ ਕੁਝ ਹੁੰਦਾ ਹੈ, ਜੀਵ ਹੱਤਿਆ ਕੀਤੀ ਜਾਂਦੀ ਹੈ। ਕੁਝ ਲੋਕ ਆਖਦੇ ਤੇ ਬਣਿਆ ਹੀ ਸਭ ਕੁਝ ਛਕਣ ਛਕਾਉਣ ਖਾਣ ਪੀਣ ਵਾਸਤੇ, ਛੱਡੀਏ ਕਿਉਂ। ਪਰ ਧਰਮ ਦਾ ਦੂਜਾ ਅੰਗ ਇਹ ਹੈ ਅਹਿੰਸਾ ਕਰਨੀ, ਜੀਵ ਹੱਤਿਆ ਨਾ ਕਰਨੀ। 860 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੇ ਤੂੰ ਇੱਕ ਜੀ ਦੀ ਜਾਨ ਬਚਾ ਦਿੱਤੀ ਹੈ, ਤੈਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲਿਆ ਹੈ। ਮੁਸਲਮਾਨ ਧਾਰਮਿਕ ਗ੍ਰੰਥ ਕਹਿੰਦਾ ਰਹਿਬਾ ਨਾਮ ਦੀ ਲੜਕੀ ਤੁਰੀ ਜਾ ਰਹੀ ਹੈ, ਰਸਤੇ ਵਿੱਚ ਬਿੱਲੀ ਦੇ ਬੱਚੇ ਪਿਆਸੇ ਨੇ, ਨਿੱਕੇ ਨਿੱਕੇ ਬਲੂੰਗੜੇ ਬਿੱਲੀ ਦੇ, ਮਰਨ ਵਾਲੇ ਵਿਚਾਰਿਆਂ ਨੂੰ ਦੁੱਧ ਤੇ ਕੀ ਪਾਣੀ ਵੀ ਨਸੀਬ ਨਹੀਂ ਹੋ ਰਿਹਾ। ਜਦੋਂ ਇਸ ਰਹਿਬਾ ਨਾਮ ਦੀ ਲੜਕੀ ਨੇ ਦੇਖਿਆ ਵੀ ਇਹ ਬੱਚੇ ਤੇ ਪਿਆਸੇ ਮਰਦੇ ਪਏ, ਉਹਨੇ ਆਪਣੇ ਸਿਰ ਦੇ ਵਾਲ ਜਿਹੜੇ ਸੀ ਨਾ ਖੋਹ ਕੇ ਪੱਟ ਕੇ, ਲੰਮੇ ਲੰਮੇ ਵਾਲ, ਤੇ ਉਹਦੀ ਡੋਰੀ ਬਣਾਈ, ਇੱਕ ਡੋਰੀ ਬਣਾ ਕੇ ਥੱਲੇ ਖੂਹ ਦਾ ਪਾਣੀ ਹੈ, ਉਹ ਆਪਣੇ ਵਾਲ ਉਸ ਪਾਣੀ ਵਿੱਚ ਭਿਓਏ, ਹੋਰ ਤੇ ਕੋਈ ਵਸਤੂ ਕੋਲ ਨਹੀਂ ਹੈ। ਜਦੋਂ ਉਹ ਵਾਲ ਪਾਣੀ ਦੇ ਭਿੱਜ ਗਏ, ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਬੱਚਿਆਂ ਦੇ ਮੂੰਹ ਦੇ ਸਾਹਮਣੇ ਆਪਣੇ ਵਾਲ ਨਿਚੋੜੇ, ਉਹਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਡਿੱਗੀਆਂ। ਪਾਣੀ ਦੀਆਂ ਬੂੰਦਾਂ ਡਿੱਗੀਆਂ, ਨਿੱਕੇ ਨਿੱਕੇ ਬਲੂੰਗੜਿਆਂ ਨੇ, ਬਿੱਲੀ ਦੇ ਬੱਚਿਆਂ ਨੇ ਉਹ ਪਾਣੀ ਚੱਟਿਆ, ਪੀ ਲਿਆ, ਉਹਨਾਂ ਦੀ ਜਾਨ ਬਚ ਗਈ, ਉਹ ਬਚ ਗਏ। ਇੰਨੇ ਚਿਰ ਨੂੰ ਮੁਹੰਮਦ ਸਾਹਿਬ ਆ ਗਿਆ ਮੱਕਾ ਕਾਬਾ ਦੇ ਦਰਸ਼ਨ ਕਰਨ ਵਾਸਤੇ। ਕੀ ਵੇਖਦੇ ਪਏ, ਮੱਕਾ ਕਾਬਾ ਆਪਣੀ ਜਗ੍ਹਾ ਤੇ ਹੈ ਹੀ ਨਹੀਂ। ਪੁੱਛਿਆ ਜਿਹੜੇ ਮਜੌਰ ਸਨ ਸੇਵਾਦਾਰ, ਕਹਿਣ ਲੱਗੇ
ਖੁਦਾ ਦਾ ਘਰ ਕਿੱਧਰ ਗਿਆ ਹੈ, ਮੈਂ ਤੇ ਦਰਸ਼ਨ ਕਰਨ ਆਇਆ ਹਾਂ। ਉਹ ਜਿਹੜੇ ਸੇਵਾ ਕਰਨ ਵਾਲੇ ਉਹਨਾਂ ਨੇ ਆਖਿਆ ਇੱਥੋਂ 60 ਕੋਹ ਦੀ ਦੂਰੀ ਤੇ ਇੱਕ ਰਹਿਬਾ ਨਾਮ ਦੀ ਲੜਕੀ ਹੈ, ਉਹਨੇ ਬਿੱਲੀ ਦੇ ਮਰਦੇ ਬੱਚਿਆਂ ਦੇ ਮੂੰਹ ਵਿੱਚ ਪਾਣੀ ਪਾ ਕੇ ਉਹਨਾਂ ਦੀ ਜਾਨ ਬਚਾਈ ਹੈ। ਉਹਦੀ ਇੱਛਾ ਇਹ ਸੀ ਮੈਨੂੰ ਖੁਦਾ ਦੇ ਘਰ ਦੇ ਦਰਸ਼ਨ ਹੋਣ। ਅੱਜ ਖੁਦਾ ਦਾ ਘਰ ਉਹਨੂੰ ਦਰਸ਼ਨ ਦੇਣ ਵਾਸਤੇ ਗਿਆ ਹੈ। ਸਮੇਂ ਦਾ ਪੈਗੰਬਰ ਖਾਲੀ ਬੈਠਾ ਹੈ, ਇੱਕ ਰਹਿਬਾ ਨਾਮ ਦੀ ਲੜਕੀ ਦਰਸ਼ਨ ਕਰਦੀ ਪਈ। ਇਹ ਇਸਲਾਮ ਧਰਮ ਦੀ ਆਪਣੀ ਗਵਾਹੀ ਹੈ ਉਹਨਾਂ ਦੇ ਗ੍ਰੰਥ ਦੀ ਵੀ ਇਸ ਤਰ੍ਹਾਂ ਦਰਸ਼ਨ ਹੋਏ। ਮਹਾਰਾਜ ਕਹਿਣ ਲੱਗੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਇਹ ਧਰਮ ਦਾ ਦੂਜਾ ਅੰਗ ਹੈ, ਅਹਿੰਸਾ ਕਰਨੀ, ਜੀਵ ਹੱਤਿਆ ਨਾ ਕਰਨੀ, ਸਗੋਂ ਜੀਵਾਂ ਨੂੰ ਬਚਾਉਣਾ। ਇਹ ਦੂਜਾ ਬਚਨ ਹੈ। ਤੀਜਾ ਬਚਨ ਮਹਾਰਾਜ ਨੇ ਲਿਖਿਆ ਦਇਆ। ਇਹ ਵੀ ਧਰਮ ਦਾ ਇੱਕ ਅੰਗ ਹੈ। ਪੰਜਾਂ ਪਿਆਰਿਆਂ ਦੀ ਚੋਣ ਹੋਈ ਨਾ, ਪੰਜਾਂ ਪਿਆਰਿਆਂ ਨੇ ਸੀਸ ਦਿੱਤੇ। ਮਹਾਰਾਜ ਨੇ ਪੁੱਛਿਆ ਨਾਂ ਕੀ ਹੈ, ਕਹਿਣ ਲੱਗੇ ਜੀ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ। ਸਤਿਗੁਰੂ ਕਹਿਣ ਲੱਗੇ ਸਾਰੇ ਹੀ ਗੁਣ ਆ ਗਏ। ਦਇਆ ਸਿੰਘ ਦੇ ਆਉਣ ਦੇ ਨਾਲ ਧਰਮ ਦੇ ਵਿੱਚ ਦਇਆ ਆ ਗਈ ਹੈ। ਮੇਰਾ ਖਾਲਸਾ ਦਇਆਵਾਨ ਹੋਇਆ ਕਰੇਗਾ। ਇਹ ਜ਼ੁਲਮੀ ਨੂੰ ਸਜ਼ਾ ਦੇਵੇਗਾ, ਦੂਜੇ ਤੇ ਦਇਆ ਕਰੇਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਨੇੜੇ ਚੱਪੜਚਿੜੀ ਦਾ ਸਥਾਨ ਹੈ, ਇੱਥੇ ਵਜ਼ੀਰ ਖਾਨ ਨੂੰ ਪਾ ਕੇ ਰੱਸਿਆਂ ਦੇ ਨਾਲ ਬੰਨ੍ਹ ਕੇ ਤੇ ਧਰਤੀ ਤੇ ਘਸੀਟ ਘਸੀਟ ਕੇ ਮਾਰਿਆ। ਤੇ ਖਾਲਸਾ ਫੌਜ ਜਿਹੜੀ ਹੈ ਉਹ ਸਰਹੰਦ ਦੇ ਵਿੱਚ ਦਾਖਲ ਹੋਈ। ਉੱਥੋਂ ਦੇ ਲੋਕਾਂ ਨੇ ਵਜ਼ੀਰ ਖਾਨ ਦੀ ਲੜਕੀ ਨੂੰ ਬੰਨ੍ਹ ਕੇ ਉਹਦੇ ਪੁੱਤਰ ਨੂੰ, ਉਹਦੀ ਘਰਵਾਲੀ ਨੂੰ ਬੰਦਾ ਸਿੰਘ ਬਹਾਦਰ ਦੇ ਪੇਸ਼ ਕੀਤਾ। ਦੱਸੋ ਜੀ ਇਹਨਾਂ ਨੂੰ ਕਿਵੇਂ ਕਤਲ ਕੀਤਾ ਜਾਵੇ, ਕਿਵੇਂ ਮਾਰਿਆ ਜਾਵੇ, ਕਿਵੇਂ ਸਜ਼ਾ ਦਿੱਤੀ ਜਾਵੇ। ਇਹਨਾਂ ਦੇ ਬਾਪ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਜੇ ਬਾਪ ਨੇ ਸ਼ਹੀਦ ਕੀਤਾ, ਬਾਪ ਨੂੰ ਸਜ਼ਾ ਮਿਲ ਗਈ ਹੈ, ਬੱਚਿਆਂ ਦਾ ਕੀ ਕਸੂਰ ਹੈ ਔਰ ਲੜਕੀ ਦਾ ਕੀ ਕਸੂਰ ਹੈ ਜਿਹਨੂੰ ਬੰਨ੍ਹ ਕੇ ਲੈ ਆਇਓ। ਇਸ ਲੜਕੀ ਦਾ ਧਰਮ ਮੁਸਲਮਾਨ ਹੈ, ਕੋਈ ਮੁਸਲਮਾਨ ਘਰਾਣਾ ਵੇਖ ਕੇ ਇਹਦਾ ਵਿਆਹ ਕਰ ਦਿਓ। ਇਹਨੂੰ ਕਹਿੰਦੇ ਦਇਆ। ਇਹ ਵੀ ਧਰਮ ਦਾ ਇੱਕ ਅੰਗ ਹੈ, ਦਇਆ ਕਰਨੀ। ਧਰਮ ਦੇ 10 ਅੰਗ ਨੇ। ਇੰਦਰਾ ਕਹਿ ਦੇਣਾ ਕਿ ਮੈਂ ਧਰਮੀ ਆ, ਕਹਿਣ ਦੇ ਨਾਲ ਥੋੜ੍ਹੀ ਕੋਈ ਧਰਮੀ ਬਣ ਜਾਂਦਾ। ਧਰਮੀ ਬਣਨ ਵਾਸਤੇ ਉਹ ਗੁਣ ਵੀ ਹੋਣੇ ਚਾਹੀਦੇ। ਪਹਿਲਾ ਗੁਣ ਹੈ ਮਹਾਰਾਜ ਜੀ ਨੇ ਬਖਸ਼ਿਆ ਹੈ ਖਿਮਾ ਕਰਨੀ, ਮਾਫੀ ਦੇ ਦੇਣੀ। ਦੂਜਾ ਗੁਣ ਹੈ ਅਹਿੰਸਾ, ਜੀਵ ਹੱਤਿਆ ਨਹੀਂ ਕਰਨੀ। ਤੀਜਾ ਗੁਣ ਹੈ ਦਇਆ ਕਰਨੀ। ਜੇ ਕੋਈ ਸ਼ਰਨ ਵਿੱਚ ਆ ਗਿਆ ਉਹ 'ਤੇ ਦਇਆ ਕਰ ਦੇਣੀ, ਜੋਗ ਨੂੰ ਸਜ਼ਾ ਦੇਣੀ, ਬਾਕੀ ਨੂੰ ਛੱਡ ਦੇਣਾ, ਜੀਵਨ ਦਾਨ ਕਿਸੇ ਨੂੰ ਦੇਣਾ। ਜੀ ਦਇਆ ਪ੍ਰਵਾਨ, ਜੀਵਾਂ 'ਤੇ ਦਇਆ ਕਰਨੀ। ਇਹ ਤੀਜਾ ਅੰਗ ਹੈ ਧਰਮ ਦਾ। ਚੌਥਾ ਬਚਨ ਕਰਦੇ ਮ੍ਰਿਦ। ਮ੍ਰਿਦ ਤੋਂ ਭਾਵ ਹੁੰਦਾ ਕੋਮਲ ਮਿੱਠੇ ਬਚਨ ਕਹਿਣੇ। ਇਹ ਨਹੀਂ ਵੀ ਹਰ ਵੇਲੇ ਬੜਾ ਕੌੜਾ ਬੋਲਣਾ, ਔਖਾ ਬੋਲਣਾ, ਹਰੇਕ ਦਾ ਮਨ ਹੀ ਸਾੜੀ ਜਾਣਾ, ਦੁੱਖ ਦੇਈ ਜਾਣਾ, ਕੜਵੇ ਬਚਨ ਕਹਿਣੇ। ਨਹੀਂ, ਜਦੋਂ ਤੂੰ ਬੋਲਣਾ ਹੈ ਉਦੋਂ ਮ੍ਰਿਦ ਬਚਨ ਬੋਲਿਆ ਕਰ। ਮ੍ਰਿਦਲ ਬਚਨ, ਕੋਮਲ ਬਚਨ। ਤੇਰੀ ਗੱਲ ਸੁਣਨ ਨੂੰ ਜੀ ਕਰੇ, ਤੇਰਾ ਬਚਨ ਸੁਣ ਕੇ ਮਨ ਵਿੱਚ ਸ਼ਾਂਤੀ ਆਵੇ, ਤੇਰੇ ਬਚਨਾਂ ਦੇ ਵਿੱਚੋਂ ਧਰਮ ਦੀ ਗੱਲ ਨਿਕਲੇ, ਬਾਣੀ ਦੀ ਗੱਲ ਨਿਕਲੇ। ਦੁਨੀਆ ਤੇਰਾ ਬਚਨ ਸੁਣਨ ਵਾਸਤੇ ਤੇਰੇ ਕੋਲ ਬੈਠੇ ਵੀ ਇਹਦੀਆਂ ਗੱਲਾਂ ਬੜੀਆਂ ਮਿੱਠੀਆਂ ਮਿੱਠੀਆਂ ਨੇ, ਬੜੀਆਂ ਚੰਗੀਆਂ ਨੇ। ਇਹ ਧਰਮ ਦੀ ਗੱਲ ਕਰਦਾ ਹੈ, ਚੰਗੀ ਸਿੱਖਿਆ ਦਿੰਦਾ ਹੈ। ਇਹ ਚੌਥਾ ਅੰਗ ਹੈ ਧਰਮ ਦਾ। ਮ੍ਰਿਦਲ ਬਚਨ ਕਹਿਣੇ, ਕੌੜਾ ਨਹੀਂ ਬੋਲਣਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ, ਨਾਨਕ ਫਿੱਕਿਆ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ। ਇਹ ਬਚਨ ਨੇ। ਫਿੱਕਾ ਬੋਲਣ ਵਾਲਾ ਮਨ ਕਰਕੇ ਵੀ ਫਿੱਕਾ ਪੈ ਜਾਂਦਾ, ਤਨ ਕਰਕੇ ਵੀ ਫਿੱਕਾ ਪੈ ਜਾਂਦਾ ਹੈ। ਇਸ ਕਰਕੇ ਮਿੱਠਾ ਬਚਨ ਬੋਲਣਾ, ਪਿਆਰ ਵਾਲਾ ਬਚਨ ਬੋਲਣਾ, ਪਿਆਰ ਪੈਦਾ ਕਰਨਾ ਆਪਣੇ ਬਚਨਾਂ ਦੇ ਨਾਲ। ਇਹ ਤੀਜਾ ਅੰਗ ਮੰਨਿਆ ਜਾਂਦਾ ਹੈ ਧਰਮ ਦਾ। ਚੌਥਾ ਅੰਗ ਮੰਨਿਆ ਜਾਂਦਾ ਹੈ। ਪੰਜਵਾਂ ਬਚਨ ਹੈ ਸਤ ਬਚਨ। ਸਤ ਬਚਨ ਕਹਿ ਕੇ ਬਚਨ ਮੰਨ ਲੈਣਾ। ਸਤ ਬਚਨ ਤੋਂ ਭਾਵ ਹੁੰਦਾ ਵੀ ਧਰਮ ਦੇ ਵਿੱਚੋਂ ਕੋਈ ਗੱਲ ਨਿਕਲੀ ਹੈ ਨਾ, ਵੀ ਆਹ ਕੰਮ ਆਪਾਂ ਕਰਨਾ ਹੈ। ਉੱਥੇ ਇਹ ਨਹੀਂ ਵੀ ਆਪਣੀ ਲੱਤ ਫਸਾ ਦੇਣੀ ਹੈ ਵੀ ਨਹੀਂ ਇਹ ਤੇ ਮੈਂ ਹੋਣ ਹੀ ਨਹੀਂ ਦੇਣਾ। ਜਦੋਂ ਕੋਈ ਧਰਮ ਦਾ ਕੰਮ ਹੁੰਦਾ ਪਿਆ, ਧਰਮ ਦੇ ਕੰਮ ਦੇ ਵਿੱਚ ਸਤ ਬਚਨ ਕਹਿ ਕੇ ਨਾਲ ਹੀ ਚੱਲ ਪੈਣਾ। ਚੱਲ ਤੂੰ ਵੀ ਚੱਲਿਆ, ਮੈਂ ਵੀ ਚੱਲਾਂ ਤੇਰੇ ਨਾਲ। ਇਹ ਨਹੀਂ ਵੀ ਇਹ ਧਰਮ ਦਾ ਕੰਮ ਆ ਬੰਦਾ ਕਰਦਾ ਪਿਆ ਤੇ ਮੈਂ ਇਹਦੇ ਵਿੱਚ ਲੱਤ ਫਸਾਵਾਂ ਵੀ ਇਹਦਾ ਨਹੀਂ ਹੋਣ ਦੇਣਾ।
ਇਹ ਤੇ ਰਾਜਨੀਤਿਕ ਲੋਕਾਂ ਦਾ ਕੰਮ ਹੈ। ਇੱਕ ਸਰਕਾਰ ਕੰਮ ਕਰਨਾ ਚਾਹੁੰਦੀ ਹੈ, ਦੂਜੀ ਸਰਕਾਰ ਉਹਦੇ ਵਿੱਚ ਅੜਿੱਕਾ ਅੜਾਉਂਦੀ ਹੈ ਵੀ ਇਹ ਕੰਮ ਕਰੇਗਾ, ਅਗਲੀ ਵਾਰੀ ਲੋਕ ਇਹਦੇ ਨਾਲ ਜੁੜ ਜਾਣਗੇ, ਸਰਕਾਰ ਇਹਦੀ ਬਣੇਗੀ, ਅਸੀਂ ਇਹਦੇ ਕੰਮ ਨੂੰ ਰੋਕਣਾ ਹੈ, ਇਹਨੂੰ ਕਿਸੇ ਪਾਸੇ ਲੱਗਣ ਨਹੀਂ ਦੇਣਾ। ਇਹ ਤੇ ਰਾਜਨੀਤੀ ਦਾ ਪੈਤੜਾ ਹੈ। ਪਰ ਤੂੰ ਉਹੀ ਪੈਤੜਾ ਆ ਕੇ ਗੁਰੂ ਘਰ ਦੇ ਵਿੱਚ ਵਰਤ ਲੈਂਦਾ ਵੀ ਜੇ ਫਲਾਣਾ ਬੰਦਾ ਆ ਕੰਮ ਕਰੇਗਾ ਉਹ ਲੋਕਾਂ ਵਿੱਚ ਚੰਗਾ ਬਣੇਗਾ, ਮੈਂ ਹੋਣ ਹੀ ਨਹੀਂ ਦੇਣਾ। ਇਹ ਨਹੀਂ ਵੇਖਿਆ ਵੀ ਇਹ ਧਰਮ ਦਾ ਕੰਮ ਹੈ, ਇਹਦੇ ਨਾਲ ਭਲਾ ਹੋਵੇਗਾ, ਨਹੀਂ ਉਹਦੇ ਵਿੱਚ ਲੱਤ ਜੂਰ ਫਸਾ ਲੈਣੀ, ਕੰਮ ਨੂੰ ਰੋਕਣਾ ਹੈ। ਸਤਿਗੁਰੂ ਕਹਿਣ ਲੱਗੇ ਧਰਮ ਦੇ ਕੰਮ ਦੇ ਵਿੱਚ 7 ਬਚਨ ਕਿਹਾ ਕਰ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੇਵਾ ਕਰਦੇ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੇ, ਤੇ 3 ਬਚਨ ਉਹਨਾਂ ਨੇ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਪਾਲੇ, ਭਲਾ ਜੀ, ਭਾਣਾ ਜੀ ਤੇ ਭੁੱਲਾ ਜੀ। ਇਹ 3 ਬਚਨ ਉਹ ਕਰਦੇ, ਭਲਾ ਜੀ, ਭਾਣਾ ਜੀ ਤੇ ਭੁੱਲਾ ਜੀ। ਭਲਾ ਜੀ ਤੋਂ ਭਲਾ ਹੁੰਦਾ ਹੈ, ਭਲਾ ਜੀ ਤੋਂ ਭਾਵ ਹੁੰਦਾ 7 ਬਚਨ ਕਹਿਣਾ। ਜਦੋਂ ਗੁਰੂ ਅੰਗਦ ਸਾਹਿਬ ਨੇ ਕਹਿਣਾ ਨਾ ਵੀ ਆਹ ਕੰਮ ਕਰਨਾ ਹੈ, ਉਸੇ ਵੇਲੇ ਹੱਥ ਜੋੜ ਕੇ ਆਖਣਾ ਭਲਾ ਜੀ, ਠੀਕ ਹੈ ਜੀ, ਮੈਂ ਹੁਣੇ ਕਰਦਾ। 7 ਬਚਨ ਦਾ ਨਾਮ ਹੀ ਭਲਾ ਜੀ ਹੈ। ਗੁਰੂ ਕਿਆ ਸਿੱਖਾ, ਤੇਰੇ ਗੁਰੂ ਨੇ ਬਚਨ ਕਮਾ ਕੇ ਵਿਖਾਇਆ ਹੈ, ਕਿਵੇਂ ਬਚਨ ਮੰਨੀਦਾ ਹੈ। ਪਰ ਤੂੰ ਬਚਨ ਮੰਨਣਾ ਤੇ ਦੂਰ ਦੀ ਗੱਲ, ਕੰਮ ਨੂੰ ਰੋਕਣ ਦਾ ਯਤਨ ਕਰਦਾ ਹੈ। ਸਤਿਗੁਰੂ ਪਾਤਸ਼ਾਹ ਐਸੀ ਕਿਰਪਾ ਕਰਦੇ ਕਿ ਉਹਨਾਂ ਬਚਨਾਂ ਦੀ ਕਮਾਈ ਫਿਰ ਕਰਦੇ, ਜਿਹੜੇ ਬਚਨ ਕਰ ਲੈਂਦੇ। ਇਹ ਧਰਮ ਦਾ ਅਗਲਾ ਅੰਗ ਹੈ 7 ਬਚਨ ਕਹਿਣਾ। ਤੇ ਉਹਦੇ ਤੋਂ ਅਗਲਾ ਬਚਨ ਮਹਾਰਾਜ ਨੇ ਧਰਮ ਦਾ ਇੱਕ ਹੋਰ ਲਿਖਿਆ ਹੈ, ਉਹਨੂੰ ਕਹਿੰਦੇ ਤਾਪਦਾਨ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਨਾ, ਸਿੱਖ ਦੇ ਵਾਸਤੇ ਇਹ ਤਾਪ ਹੈ। ਜਿਵੇਂ ਪਹਿਲੇ ਸਮੇਂ ਵਿੱਚ ਜੋਗੀ ਸਨ, ਜੋਗੀ ਕੀ ਕਰਦੇ ਸਨ ਜਾਂ ਰਿਖੀ ਕੀ ਕਰਦੇ ਸਨ ਕਿ ਲੱਕੜਾਂ ਦੀ ਅੱਗ ਬਾਲ ਕੇ ਤੇ ਕੋਲ ਬੈਠਣਾ, ਉਹਦਾ ਸੇਕ ਲੈਣਾ ਆਪਣੇ ਪਿੰਡੇ ਤੇ। ਅੱਜ ਵੀ ਤੁਸੀਂ ਸੋਸ਼ਲ ਮੀਡੀਆ ਤੇ ਵੇਖੋਗੇ ਕਈ ਤਰ੍ਹਾਂ ਦੀਆਂ ਵੀਡੀਓ ਐਸੀਆਂ ਆ ਜਾਂਦੀਆਂ ਕਿ 4 ਚੁਫੇਰੇ ਧੂਣੀਆਂ ਬਾਲੀਆਂ ਹੋਈਆਂ, ਵਿਚਕਾਰ ਇੱਕ ਜੋਗੀ ਬੈਠਾ ਹੋਇਆ, ਉਹ ਕੋਈ ਅਰਾਧਨਾ ਕਰਦਾ ਪਿਆ, ਕੋਈ ਮੰਤਰ ਪੜ੍ਹਦਾ ਪਿਆ। ਹੋਰਾਂ ਮਤਾਂ ਦੇ ਵਿੱਚ ਇਹ ਧੂਣੀਆਂ ਤਾ ਕੇ ਮੰਤਰ ਪੜ੍ਹਨੇ ਉਹਨੂੰ ਤਪ ਕਿਹਾ ਜਾਂਦਾ। ਗੁਰੂ ਦੇ ਸਿੱਖ ਵਾਸਤੇ ਤਪ ਇਹ ਹੈ ਜਿਹੜਾ ਅੰਮ੍ਰਿਤ ਵੇਲੇ ਉੱਠਣਾ ਹੈ। ਅੰਮ੍ਰਿਤ ਵੇਲੇ ਉੱਠਣਾ ਵੀ ਤਪ ਤੋਂ ਘੱਟ ਨਹੀਂ ਹੈ, ਨੀਂਦ ਨੂੰ ਛੱਡਣਾ। ਇਸ਼ਨਾਨ ਕਰਨ ਤੋਂ ਮਗਰੋਂ ਬਾਣੀ ਪੜ੍ਹਨੀ, ਫਿਰ ਨੀਂਦ ਆਵੇਗੀ, ਉਸ ਨੀਂਦ ਦੇ ਨਾਲ ਜੰਗ ਕਰਨਾ, ਇਹ ਤਪ ਤੋਂ ਘੱਟ ਨਹੀਂ ਹੈ। ਗੁਰੂ ਦੇ ਸਿੱਖ ਵਾਸਤੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ, ਇਸ਼ਨਾਨ ਕਰਕੇ ਇਹ ਤਪ ਹੈ। ਗੁਰੂ ਦੇ ਸਿੱਖ ਵਾਸਤੇ ਜੇ ਲੰਗਰ ਵਿੱਚ ਪ੍ਰਸ਼ਾਦਾ ਬਣਦਾ ਪਿਆ, ਲੋਹ ਦੇ ਥੱਲੇ ਲੱਕੜਾਂ ਬਾਲਣੀਆਂ, ਸਬਜ਼ੀ ਭਾਜੀ ਬਣਾਉਣੀ, ਸੇਕ ਦੇ ਵਿੱਚ ਰਹਿ ਕੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਕਰਨਾ, ਗੁਰੂ ਦੇ ਸਿੱਖ ਵਾਸਤੇ ਇਹ ਤਾਪ ਹੈ। ਇਹ ਕਰਨਾ ਹੈ ਗੁਰੂ ਕੇ ਸਿੱਖ ਨੇ ਤਾਪ। ਮਹਾਰਾਜ ਕਹਿਣ ਲੱਗੇ ਇਹ ਵੀ ਇੱਕ ਧਰਮ ਦਾ ਅੰਗ ਹੈ। ਮੈਂ ਕਹਿ ਦੇਵਾਂ ਕਿ ਮੈਂ ਧਰਮੀ ਹਾਂ, ਕਹਿਣ ਦੇ ਨਾਲ ਧਰਮੀ ਨਹੀਂ ਬਣਿਆ ਜਾਣਾ। ਗੁਰੂ ਕਿਆ ਸਿੱਖਾ, ਇਹ ਤਾਪ ਕਰਨਾ ਪਵੇਗਾ। ਅੰਮ੍ਰਿਤ ਵੇਲੇ ਵੀ ਉੱਠਣਾ ਪਵੇਗਾ, ਇਸ਼ਨਾਨ ਵੀ ਕਰਨਾ ਪਵੇਗਾ, ਬਾਣੀ ਵੀ ਪੜ੍ਹਨੀ ਪਵੇਗੀ, ਸੇਵਾ ਵੀ ਕਰਨੀ ਪਵੇਗੀ, ਤਾਂ ਤੇਰਾ ਤਪ ਪ੍ਰਵਾਨ ਹੋਣਾ ਹੈ। ਇਹਦੇ ਤੋਂ ਅਗਲਾ ਬਚਨ ਮਹਾਰਾਜ ਕਰਦੇ ਦਾਨ। ਆਪਣੀ 10 ਨੋਹਾਂ ਦੀ ਕਿਰਤ ਕਮਾਈ ਵਿੱਚੋਂ ਦਾਨ ਕਰਨਾ। ਇੱਥੇ ਬਚਨ ਜਦੋਂ ਆਪਾਂ ਪੜ੍ਹਾਂਗੇ ਨਾ, ਦਾਨ ਦਾ ਬਚਨ ਧਾਰਮਿਕ ਗ੍ਰੰਥ ਵਿੱਚ ਇਹ ਲਿਖਿਆ ਹੈ 10 ਨੋਹਾਂ ਦੀ ਕਿਰਤ ਵਿੱਚੋਂ ਦਾਨ ਕਰਨਾ। ਉੱਥੇ ਇਹ ਨਹੀਂ ਲਿਖਿਆ ਕਿ ਬੇਈਮਾਨੀ ਦੀ ਕਮਾਈ ਵਿੱਚੋਂ ਦਾਨ ਕਰਨਾ। ਜਿਹੜੀ ਤੇਰੀ ਹੱਕ ਸੱਚ ਦੀ ਕਮਾਈ ਹੈ, 5000 10,000 20,000 ਜਿੰਨੀ ਵੀ ਕਰਦਾ, ਉਹਦੇ ਵਿੱਚੋਂ 10ਵਾਂ ਹਿੱਸਾ ਦਾਨ ਕਰਨਾ। ਜਿਹੜੀ ਤੂੰ ਪਾਪ ਦੀ ਕਮਾਈ ਕਰਦਾ, ਭਾਵੇਂ ਤੂੰ ਲੱਖਾਂ ਵਿੱਚ ਕਰਦਾ ਹੋਵੇਂ, ਉਹਦੇ ਵਿੱਚੋਂ ਦਾਨ ਨਹੀਂ ਕਰਨਾ ਹੈ, ਨਾ ਉਹ ਤੇਰਾ ਦਾਨ ਲੱਗਣਾ ਹੈ। ਕਈ ਵਾਰੀ ਅਸੀਂ ਇਹ ਸੋਚ ਲੈਂਦੇ ਹਾਂ ਵੀ ਮੈਂ ਇੱਥੋਂ 5-10 ਲੱਖ ਰੁਪਈਆ ਲੁੱਟਿਆ ਹੈ, ਇਹਦੇ ਵਿੱਚੋਂ ਮੈਂ 50,000 ਜਾਂ ਮੈਂ ਲੱਖ ਗੁਰਦੁਆਰੇ ਦੇ ਦਿਆਂ, ਮੈਂ ਤੇ ਛੁੱਟ ਜਾਵਾਂਗਾ, ਇਹ ਕਮਾਈ ਮੈਨੂੰ ਫਲ ਜਾਵੇਗੀ, ਮੈਂ ਬਚ ਜਾਵਾਂਗਾ। ਨਹੀਂ, ਭਾਵੇਂ ਤੂੰ 10 ਦਾ 10 ਹੀ ਦੇ ਦੇ, ਉਹ ਫਲਣੀ ਕੋਈ ਨਹੀਂ ਹੈ, ਉਹਦਾ ਪਾਪ ਦਾ ਫਲ ਤੈਨੂੰ ਮਿਲਣਾ ਹੀ ਹੈ। ਉਹ ਪ੍ਰਵਾਨ ਨਹੀਂ ਹੋਣੀ ਹੈ, ਪਾਪ ਦੀ ਕਮਾਈ ਪ੍ਰਵਾਨ ਨਹੀਂ ਹੈ। ਆਪਾਂ ਹੁਣੇ ਹੀ ਬਚਨ ਸਰਵਣ ਕੀਤਾ ਨਾ ਭਾਈ ਲਖੀਆ ਜੀ, ਲੱਖੂ ਧਾੜਵੀ, ਹੁਣ ਪਾਪ ਤੇ ਉਹਨੇ ਵੀ ਕੀਤਾ ਨਾ। ਬੀਬੀਆਂ ਚੱਲੀਆਂ ਵਿਆਹ ਤੇ ਇਕੱਠੀਆਂ ਹੋ ਕੇ, ਇਹਨੇ ਤਲਵਾਰ ਕੱਢੀ, ਜੰਗਲ ਸਨ ਉਸ ਵੇਲੇ, ਤਲਵਾਰ ਕੱਢ ਕੇ ਆਂਦਾ ਬੀਬੀਆਂ ਨੂੰ ਮੈਂ ਸਾਰੀਆਂ ਵੱਢ ਦਿਆਂਗਾ, ਜਾਂ ਆਪਣੇ ਸਾਰੀਆਂ ਗਹਿਣੇ ਲਾ ਕੇ ਇੱਥੇ ਰੱਖੋ। ਔਰਤਾਂ ਸਨ, ਡਰ ਗਈਆਂ ਵਿਚਾਰੀਆਂ ਨੇ, ਗਹਿਣੇ ਲਾ ਕੇ ਰੱਖ ਦਿੱਤੇ। ਇੱਥੇ ਹੀ ਬਸ ਨਹੀਂ, ਆਪਣੇ ਤਣ ਦੇ ਕੱਪੜੇ ਲਾ ਕੇ ਵੀ ਰੱਖੋ, ਉਹ ਵੀ ਰੱਖੇ ਗਏ। ਸਾਰੇ ਪੰਡ ਵਿੱਚ ਬੰਨ੍ਹ ਲੈ।
ਤੇ ਆ ਕੇ ਜਿੱਥੇ ਗੁਰੂ ਕਾ ਸਿੱਖ ਬਾਣੀ ਪੜ੍ਹਦਾ ਸੀ ਨਾ, ਉੱਥੇ ਦੋ ਹਿੱਸੇ ਕਰ ਦਿੱਤੇ, ਅੱਧੇ ਗਹਿਣੇ ਇਸ ਪਾਸੇ, ਅੱਧੇ ਗਾਣੇ ਇਸ ਪਾਸੇ, ਅੱਧੇ ਕੱਪੜੇ ਇਸ ਪਾਸੇ, ਅੱਧੇ ਕੱਪੜੇ ਇਸ ਪਾਸੇ, ਦੋ ਢੇਰੀਆਂ ਲਾਤੀਆਂ। ਦੋ ਢੇਰੀਆਂ ਲਾ ਕੇ ਆਖਣ ਲੱਗਾ ਜੀ ਅੱਧਾ ਤੁਸੀਂ ਰੱਖ ਲਓ, ਅੱਧਾ ਮੈਨੂੰ ਦੇ ਦਿਓ, ਵੀ ਤੁਹਾਡੇ ਕਰਕੇ ਤੁਸੀਂ ਬੰਦਗੀ ਵਾਲੇ ਸਾਧੂ ਹੋ, ਮੈਂ ਤੁਹਾਡੇ ਕੋਲ ਮੰਨਤਾ ਮੰਨੀ ਸੀ ਵੀ ਮੈਨੂੰ ਜੋ ਮਿਲੇਗਾ ਆਪਾਂ 50-50 ਕਰਾਂਗੇ, ਅੱਧਾ ਅੱਧਾ ਕਰਾਂਗੇ। ਲਓ ਜੀ ਮੈਂ ਅੱਧਾ ਲਿਆ ਕੇ ਤੁਹਾਡੇ ਅੱਗੇ ਰੱਖ ਦਿੱਤਾ। ਜਦੋਂ ਗੁਰੂ ਕੇ ਸਿੱਖ ਨੇ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਨੇਤਰ ਖੋਲ੍ਹੇ ਤੇ ਪੁੱਛਿਆ ਵੀ ਇਹ ਕੀ ਹੈ? ਕਹਿਣ ਲੱਗਾ ਜੀ ਮੈਂ ਲੁੱਟ ਕੇ ਲਿਆਂਦਾ ਕਿਸੇ ਨੂੰ, ਅੱਧਾ ਤੁਹਾਡਾ ਤੇ ਅੱਧਾ ਮੇਰਾ। ਉਹਨਾਂ ਨੂੰ ਬੜਾ ਗੁੱਸਾ ਆਇਆ, ਕਹਿਣ ਲੱਗੇ ਉਹ ਪਾਪੀਆ, ਤੂੰ ਤੇ ਪਾਪ ਕਰਨਾ, ਨਾਲ ਸਾਨੂੰ ਵੀ ਖਿੱਚ ਲਿਆ ਪਾਪ ਦੇ ਵਿੱਚ। ਜੇ ਸਾਡੇ ਕੋਲ ਮੰਨਤਾ ਮੰਨ ਕੇ ਤੇਰੀ ਪੂਰੀ ਹੋ ਗਈ ਹੈ ਤੇ ਸਾਡਾ ਸ਼ਰਾਪ ਵੀ ਪੂਰਾ ਹੋਵੇਗਾ। ਜਦੋਂ ਇਹ ਬਚਨ ਕਿਹਾ ਭੱਜ ਕੇ ਪੈਰ ਫੜ ਲੈ, ਨਹੀਂ ਸ਼ਰਾਪ ਨਾ ਦਿਓ। ਕਹਿਣ ਲੱਗੇ ਜੇ ਸ਼ਰਾਪ ਤੋਂ ਬਚਣਾ ਚਾਹੁੰਦਾ, ਜਿਨ੍ਹਾਂ ਦੇ ਲੈ ਕੇ ਆਇਆ ਉਹਨਾਂ ਨੂੰ ਵਾਪਸ ਕਰਕੇ ਆ। ਉਸੇ ਵੇਲੇ ਚੁੱਕੀਆਂ ਪੰਡਾਂ ਉਹਨਾਂ ਬੀਬੀਆਂ ਨੂੰ ਗਹਿਣੇ ਵੀ ਦੇ ਕੇ ਆਇਆ, ਕੱਪੜੇ ਵੀ ਦੇ ਕੇ ਆਇਆ, ਮਾਫੀ ਵੀ ਮੰਗ ਕੇ ਆਇਆ। ਗਾਂ ਤੋਂ ਤੌਬਾ ਕੀਤੀ ਵੀ ਮੈਂ ਹੁਣ ਇਹ ਕੰਮ ਨਹੀਂ ਕਰਾਂਗਾ। ਬਚਨ ਇਹ ਹੈ ਕਿ ਕਿਸੇ ਦਾ ਚੋਰੀ ਕਰਕੇ, ਠੱਗ ਕੇ, ਬੇਈਮਾਨੀ ਦੇ ਨਾਲ ਕਮਾ ਕੇ ਤੂੰ ਇਹ ਗੱਲ ਕਵੇਂ ਵੀ ਇਹਦੇ ਵਿੱਚੋਂ ਅੱਧਾ ਗੁਰੂ ਨੂੰ ਦੇ ਦਿਆਂ, 10 ਲੱਖ ਕਮਾਇਆ, 5 ਗੁਰੂ ਦਾ ਤੇ 5 ਮੇਰਾ, ਤੇ ਮੇਰਾ 5 ਪ੍ਰਵਾਨ ਹੋ ਜਾਏਗਾ। ਨਹੀਂ, ਪ੍ਰਵਾਨ ਨਹੀਂ ਹੋਏਗਾ। ਇੱਥੇ ਤੇ ਉਹ ਕਮਾਈ ਤੇ ਸਿੱਖ ਨੇ ਪ੍ਰਵਾਨ ਨਹੀਂ ਕੀਤੀ, ਗੁਰੂ ਕਿਵੇਂ ਪ੍ਰਵਾਨ ਕਰੇਗਾ? ਦਾਨ ਤੇਰਾ ਉਹ ਲੱਗਣਾ ਹੈ ਜਿਹੜਾ ਤੂੰ 10 ਨੌਹਾਂ ਦੇ ਨਾਲ ਕਮਾਇਆ ਹੈ। ਹੱਕ ਦਾ ਜਿਹੜਾ ਕਮਾਇਆ ਪੈਸਾ ਹੈ ਉਹਦੇ ਵਿੱਚੋਂ 10ਵਾਂ ਹਿੱਸਾ ਗੁਰੂ ਨੂੰ ਦੇ ਦੇ। ਜਾਂ ਕੋਈ ਤੇਰੇ ਨੇੜੇ ਲੋੜਵੰਦ ਹੈ, ਕੋਈ ਬਿਮਾਰ ਹੈ, ਉਹ ਦਵਾਈ ਨਹੀਂ ਲੈ ਸਕਦਾ, ਕੋਈ ਬੱਚਾ ਨਹੀਂ ਪੜ੍ਹਾ ਸਕਦਾ, ਕੋਈ ਧੀ ਦਾ ਵਿਆਹ ਨਹੀਂ ਕਰ ਸਕਦਾ, ਤੂੰ ਆਪਣਾ ਦਾਨ, ਆਪਣੀ ਮਾਇਆ ਉੱਥੇ ਵੀ ਦੇ ਸਕਦਾ ਹੈ, ਉਹ ਵੀ ਤੇਰੀ ਪ੍ਰਵਾਨ ਹੈ। ਜੇ ਤੂੰ ਗੁਰੂ ਘਰ ਦੇਣਾ ਚਾਹਵੇਂ ਤੇ ਉੱਥੇ ਵੀ ਦੇ ਸਕਦਾ। ਇਹਨੂੰ ਕਹਿੰਦੇ ਧਰਮ ਦਾ ਇੱਕ ਅੰਗ, ਇਹ ਵੀ ਧਰਮ ਹੈ। ਅਗਲਾ ਬਚਨ ਮਹਾਰਾਜ ਨੇ ਲਿਖਿਆ ਸੀਲ। ਸੀਲ ਤੋਂ ਭਾਵ ਹੁੰਦਾ ਠੰਡਾ ਸੁਭਾਅ ਰੱਖਣਾ। ਇਹ ਨਹੀਂ ਵੀ ਹਰ ਗੱਲ ਤੇ ਭੜਕੇ ਰਹਿਣਾ, ਕ੍ਰੋਧਿਤ ਹੋਏ ਰਹਿਣਾ, ਗੁੱਸੇ ਵਿੱਚ ਹੋਏ ਰਹਿਣਾ, ਦੇ ਦਿਓ ਸਜ਼ਾ, ਕਰ ਦਿਓ ਸਜ਼ਾ। ਨਹੀਂ, ਸੀਲ ਸੁਭਾਅ ਰੱਖਣਾ ਹੈ, ਠੰਡਾ ਸੁਭਾਅ ਰੱਖਣਾ ਹੈ, ਗੁਰੂ ਦੀ ਭੈ ਭਾਵਨੀ ਵਿੱਚ ਰਹਿਣਾ ਹੈ। ਇਹ ਵੀ ਧਰਮ ਦਾ ਅੰਗ ਹੈ। ਧਰਮੀ ਬਣ ਜਾਣਾ, ਧਰਮੀ ਅਖਵਾ ਲੈਣਾ ਫਰਕ ਹੈ। ਧਰਮੀ ਬਣਨਾ ਔਖਾ ਹੈ, ਅਖਵਾਉਣਾ ਤੇ ਬੜਾ ਸੌਖਾ ਹੈ। ਸੀਲ ਸੁਭਾਅ ਰੱਖਣਾ, ਸ਼ਾਂਤੀ ਵਾਲਾ, ਉਹਨੂੰ ਕਿਹਾ ਜਾਂਦਾ ਹੈ ਧਰਮੀ। ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਇਹਨਾਂ ਨੂੰ ਕੋਹ ਕੇ, ਕਸ਼ਟ ਦੇ ਦੇ ਕੇ ਸ਼ਹੀਦ ਕੀਤਾ ਗਿਆ। ਪਰ ਮੂੰਹ ਦੇ ਵਿੱਚੋਂ ਕੋਈ ਤੱਤਾ ਬਚਨ ਨਹੀਂ ਨਿਕਲਿਆ, ਕੋਈ ਗੁੱਸੇ ਵਾਲਾ ਬਚਨ ਨਹੀਂ ਨਿਕਲਿਆ। ਤੇਰਾ ਕੀਆ ਮਿੱਠਾ ਲੱਗੇ। ਸਾਰੇ ਮਿਲ ਕੇ ਆਖੀਏ ਤੇਰਾ ਕੀਆ ਮਿੱਠਾ ਲੱਗੇ। ਇਹ ਬਚਨ ਮੂੰਹੋਂ ਨਿਕਲਿਆ। ਸੀਲ ਸੁਭਾਅ ਰੱਖਣਾ, ਪਰਮਾਤਮਾ ਦੇ ਭਾਣੇ ਵਿੱਚ ਰਹਿਣਾ, ਇਹਨੂੰ ਕਹਿੰਦੇ ਸੀਲ ਸੁਭਾਅ। ਇਹ ਵੀ ਗੁਣ ਹੈ, ਸਿੱਖ ਨੇ ਧਾਰਨ ਕਰਨਾ ਹੈ। ਅਗਲਾ ਬਚਨ ਹੈ ਸੋਚ। ਸੋਚ ਤੋਂ ਭਾਵ ਹੁੰਦਾ ਸੁਚਮਤਾਈ। ਪ੍ਰਸ਼ਾਦਾ ਪਾਣੀ ਸੁਚਮ ਨਾਲ ਛਕਣਾ। ਜਦੋਂ ਪ੍ਰਸ਼ਾਦਾ ਛਕਦਾ ਹੱਥ ਧੋ ਕੇ, ਆਪਣੇ ਬਰਤਨ ਸਾਫ਼ ਕਰਕੇ, ਪ੍ਰਸ਼ਾਦਾ ਸੁਚਮ ਵਾਲਾ ਬਣਾ ਕੇ ਛਕ। ਜੂਠਾ ਨਾ ਖਾ, ਜੂਠਾ ਭੋਜਨ ਨਹੀਂ ਛਕਣਾ। ਜਿੰਨਾ ਵੀ ਆਪਾਂ ਬਾਹਰੋਂ ਖਾਂਦੇ ਆ ਨਾ, ਬਾਜ਼ਾਰਾਂ ਵਿੱਚੋਂ, ਢਾਬਿਆਂ ਤੋਂ, ਜਿੱਥੋਂ ਵੀ ਖਾਂਦੇ, ਸਾਰੀ ਜੂਠ ਖਾਂਦੇ ਆ। ਭਾਵੇਂ ਅਸੀਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਕਹਿ ਦਈਏ ਵੀ ਇਹਦੇ ਵਿੱਚ ਕੱਪੜਾ ਮਾਰਿਆ ਹੈ, ਬੜਾ ਸਾਫ਼ ਹੈ, ਜਿੰਨਾ ਮਰਜ਼ੀ ਸਾਫ਼ ਹੈ ਝੂਠ ਹੀ ਹੈ। ਇੱਕ ਵੱਡਾ ਟੱਬ ਪਾਣੀ ਦਾ ਭਰਿਆ, ਉਹਦੇ ਵਿੱਚ ਇੱਕ ਜੂਠੀ ਥਾਲੀ ਧੋਤੀ ਹੈ, ਤੇ ਫਿਰ ਉਹ ਪਾਣੀ ਤੇ ਜੂਠਾ ਹੋ ਗਿਆ ਨਾ, ਉਹਦੇ ਵਿੱਚ ਸਾਰੀਆਂ ਥਾਲੀਆਂ ਧੋਤੀਆਂ ਜਾਣੀਆਂ, ਫਿਰ ਸੁੱਚਮ ਕਿੱਧਰ ਦੀ ਰਹਿ ਗਈ ਹੈ। ਗੁਰੂ ਦੇ ਸਿੱਖ ਵਾਸਤੇ ਸੁੱਚਾ ਭੋਜਨ ਛਕਣਾ, ਸੁੱਚਾ ਭੋਜਨ ਤਿਆਰ ਕਰਨਾ ਤੇ ਸੁੱਚੇ ਹੱਥਾਂ ਨਾਲ ਛਕਣਾ, ਇਹ ਗੁਰੂ ਦੇ ਸਿੱਖ ਦੀ ਮਰਿਆਦਾ ਹੈ। ਅੱਜ ਕੱਲ੍ਹ ਤੇ ਗੁਰਮੁਖੋ ਇੰਨਾ ਪਾਪ ਵਧਿਆ ਹੈ, ਲੰਗਰ ਵਿੱਚ ਬੈਠ ਕੇ ਭੋਜਨ ਛਕਣ ਵਾਲੇ ਵੀ ਆਪਣਾ ਭੋਜਨ ਛਕ ਕੇ ਥਾਲੀ ਕੱਲੀ ਧੋ ਕੇ ਤੇ ਦੂਜੇ ਭਾਂਡਿਆਂ ਵਿੱਚ ਰੱਖ ਜਾਣਗੇ, ਵਿੱਚ ਉੱਦਾਂ ਹੀ ਸਬਜ਼ੀ ਲੱਗੀ ਹੁੰਦੀ ਹੈ, ਉੱਦਾਂ ਹੀ ਵਿੱਚ ਉਹ ਝੂਠ ਦੇ ਨਿਸ਼ਾਨ ਲੱਗੇ ਹੁੰਦੇ। ਇੱਥੋਂ ਤੱਕ ਮੱਤ ਮਾਰੀ ਗਈ ਹੈ ਕਿ ਮੇਰੀ ਝੂਠੀ ਥਾਲੀ ਹੈ, ਮੈਂ ਖਾਧਾ ਹੈ, ਮੈਂ ਕਮ ਸੇ ਕਮ ਸਾਫ਼ ਤੇ ਕਰਾਂ, ਉੱਦਾਂ ਹੀ ਥਾਲੀ ਟਿਕਾ ਦੇਣੀ ਹੈ, ਦੂਜੇ ਭਾਂਡੇ ਵੀ ਨਾਲ ਹੀ ਉਹਦੇ ਲੱਗ ਹੈ। ਸੁਚਮਤਾਈ ਰੱਖਣੀ ਹੈ ਆਪਣੀ ਔਰ ਲੰਗਰ ਦੀ। ਇਹ ਬਚਨ ਮਹਾਰਾਜ ਜੀ ਦਾ।
ਤੇ 10ਵਾਂ ਅੰਗ ਹੈ ਤ੍ਰਿਸ਼ਨਾ ਬਿਨਾ। ਧਰਮ ਦੇ 10 ਅੰਗ ਨੇ, ਧਰਮ ਦੇ ਅੰਗ ਆਪਾਂ ਸਰਵਣ ਕਰਦੇ ਪਏ, ਕਹਿ ਲਈਏ ਧਰਮ ਦੇ ਪੁਆਇੰਟ ਸਰਵਣ ਕਰਦੇ ਪਏ। ਧਰਮ ਕੀ ਹੁੰਦਾ ਹੈ, ਧਰਮੀ ਬੰਦਾ ਕੀ ਹੁੰਦਾ ਹੈ। 10ਵਾਂ ਨੰਬਰ ਹੈ ਤ੍ਰਿਸ਼ਨਾ ਤੋਂ ਬਿਨਾ ਹੋ ਜਾਣਾ। ਤ੍ਰਿਸ਼ਨਾ ਨਾ ਰੱਖਣੀ ਕਿਸੇ ਵੀ ਚੀਜ਼ ਦੀ, ਤ੍ਰਿਸ਼ਨਾ ਤੋਂ ਮੁਕਤ ਹੋ ਜਾਣਾ। ਪਰ ਮਹਾਰਾਜ ਦਾ ਬਚਨ ਹੈ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਪਰ ਤ੍ਰਿਸ਼ਨਾ ਬੁਝਦੀ ਕਿਸੇ ਵਿਰਲੇ ਦੀ ਹੈ, ਤੇ ਬੁਝਦੀ ਧਰਮੀ ਦੀ ਹੈ, ਅਧਰਮੀ ਦੀ ਨਹੀਂ ਬੁਝਦੀ ਹੈ। ਅਧਰਮੀ ਦੀ ਬਲਦੀ ਰਹਿੰਦੀ ਹੈ। ਕੋਟ ਜੋੜੇ ਲਾਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ। ਅਧਰਮੀ ਦੀ ਨਹੀਂ ਬੁਝਦੀ ਹੈ, ਜਿਹੜਾ ਧਰਮੀ ਉਹਦੀ ਬੁਝ ਜਾਂਦੀ ਹੈ। ਕਹਿਣ ਲੱਗੇ ਧਰਮ ਲਿੰਗ ਦਾਸ ਜਾਨ। ਇਹ ਧਰਮ ਦੇ 10 ਨਿਸ਼ਾਨੀਆਂ ਨੇ ਜਿਹੜੀਆਂ ਗ੍ਰੰਥਾਂ ਵਿੱਚ ਲਿਖੀਆਂ ਨੇ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਗੁਰੂ ਕਿਹਾ ਸਿੱਖਾ ਧਰਮ ਦ੍ਰਿੜ ਹੋ, ਧਰਮ ਦੀ ਕਮਾਈ ਕਰ। ਤੇ ਧਰਮ ਦੀ ਕਮਾਈ ਵਾਸਤੇ ਆ ਜਿਹੜੇ 10 ਗੁਣ ਦੱਸੇ ਨੇ ਨਾ, ਇਹ ਅਪਣਾਉਣੇ ਪੈਣਗੇ। ਜਦੋਂ ਇਹ ਅਪਣਾਵੇਂਗਾ ਉਦੋਂ ਧਰਮੀ ਬਣੇਗਾ। ਜਿੰਨਾ ਚਿਰ ਇਹ ਨਹੀਂ ਅਪਣਾ ਲੈਂਦਾ ਉਹਨਾਂ ਚਿਰ ਤੂੰ ਕਹਿ ਦੇ ਕਿ ਮੈਂ ਸਿੱਖ ਬਣ ਗਿਆ ਹਾਂ, ਮੈਂ ਗੁਰੂ ਵਾਲਾ ਬਣ ਗਿਆ ਹਾਂ, ਮੈਂ ਧਰਮੀ ਬਣ ਗਿਆ ਹਾਂ। ਨਹੀਂ, ਕੇਵਲ ਵਿਖਾਵਾ ਹੈ, ਬਾਹਰੋਂ ਫੋਟੋ ਬਣ ਗਈ ਹੈ, ਪਰ ਅੰਦਰੋਂ ਧਰਮੀ ਨਹੀਂ ਬਣਿਆ ਹੈ। ਅੰਦਰੋਂ ਧਰਮੀ ਇਹਨਾਂ ਗੁਣਾਂ ਨਾਲ ਬਣਨਾ ਹੈ। ਖਿਮਾ ਅਹਿੰਸਾ ਦਇਆ ਮ੍ਰਿਦ ਸਤ ਬਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਨ। ਇਹ ਧਰਮ ਦੀਆਂ 10 ਨਿਸ਼ਾਨੀਆਂ। ਮਹਾਰਾਜ ਕਹਿਣ ਲੱਗੇ ਧਰਮ ਦ੍ਰਿੜੋ ਹਰ ਨਾਮ ਧਿਆਵੋ। ਧਰਮ ਨੂੰ ਦ੍ਰਿੜ ਕਰਕੇ ਰੱਖ ਆਪਣੇ ਮਨ ਦੇ ਵਿੱਚ। ਇਹ 10 ਗੁਣ ਧਾਰਨ ਕਰ ਤੇ ਨਾਮ ਨੂੰ ਧਿਆਉਣਾ ਕਰ। ਗੁਰੂ ਕਿਹਾ ਸਿੱਖਾ ਨਾਮ ਨੂੰ ਜਪਿਆ ਕਰ, ਤੇਰਾ ਭਲਾ ਹੋਵੇਗਾ। ਸਿਮਰਤ ਨਾਮ ਦ੍ਰਿੜਾਇਆ। ਕਿਉਂਕਿ ਸਿਮਰਤੀਆਂ ਤੇ ਸ਼ਾਸਤਰਾਂ ਦੇ ਵਿੱਚ ਵੀ ਇਹ ਬਚਨ ਲਿਖਿਆ ਹੈ ਕਿ ਨਾਮ ਨੂੰ ਦ੍ਰਿੜ ਕਰੋ, ਨਾਮ ਨੂੰ ਜਪੋ ਜਿੰਨਾ ਜਪਿਆ ਜਾਂਦਾ। ਸਿਮਰਤੀਆਂ ਸ਼ਾਸਤਰ ਧਾਰਮਿਕ ਗ੍ਰੰਥ ਇਹ ਗਵਾਹੀ ਦਿੰਦੇ ਨੇ। ਕਈ ਵਾਰੀ ਆਪਾਂ ਆਖਦੇ ਮੈਂ ਨਹੀਂ ਆਹ ਗੱਲ ਮੰਨਦਾ, ਕਿੱਥੇ ਲਿਖੀ ਹੈ ਮੈਨੂੰ ਵਿਖਾਓ। ਜੇ ਗ੍ਰੰਥ ਵਿੱਚ ਲਿਖੀ ਹੋਵੇਗੀ ਤਾਂ ਮੈਂ ਮੰਨਾਂਗਾ। ਮਹਾਰਾਜ ਕਹਿਣ ਲੱਗੇ ਲਿਖਿਆ ਹੋਇਆ, ਸਿਮਰਤੀਆਂ ਵਿੱਚ ਵੀ ਲਿਖਿਆ, ਸ਼ਾਸਤਰਾਂ ਵਿੱਚ ਵੀ ਲਿਖਿਆ। ਪੁਰਾਣ ਕੁਰਾਨ ਜਿੰਨੇ ਧਾਰਮਿਕ ਗ੍ਰੰਥ ਨੇ ਧਰਮਾਂ ਦੇ, ਸਭ ਵਿੱਚ ਇਹ ਗੱਲ ਲਿਖੀ ਹੈ ਨਾਮ ਨੂੰ ਦ੍ਰਿੜ ਕਰ, ਨਾਮ ਨੂੰ ਜਪ ਤਾਂ ਤੇਰਾ ਭਲਾ ਹੋਣਾ ਹੈ। ਸਤਿਗੁਰ ਗੁਰ ਪੂਰਾ ਆਰਾਧੋ। ਗੁਰ ਪੂਜਨੀਕ ਸਤਿਗੁਰੂ ਨੇ ਉਹਨਾਂ ਦੀ ਆਰਾਧਨਾ ਕਰ, ਗੁਰੂ ਦਾ ਨਾਮ ਜਪਿਆ ਕਰ। ਆਖਿਆ ਕਰ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਇਸ ਤਰ੍ਹਾਂ ਗੁਰੂ ਨੂੰ ਯਾਦ ਕਰਿਆ ਕਰ। ਗੁਰਨਾਮ ਹੈ ਪੂਜਨੀਕ, ਪੂਜਨੀਕ ਹੈ ਪਰਮਾਤਮਾ। ਗੁਰੂ ਦੇ ਜਰੀਏ, ਗੁਰੂ ਦੇ ਕਹਿਣ ਦੇ ਮੁਤਾਬਕ ਜੋ ਪੂਜਨੀਕ ਪਰਮਾਤਮਾ ਉਹਦੇ ਨਾਮ ਨੂੰ ਆਰਾਧਿਆ ਕਰ। ਸਭ ਕਿਲ ਵਿਖ ਪਾਪ ਗਵਾਇਆ। ਜਿਹੜੇ ਤੇਰੇ ਕਿਲ ਵਿਖ ਬੱਜਰ ਪਾਪ ਨੇ ਨਾ ਉਹ ਨਾਸ ਹੋ ਜਾਣਗੇ। ਬੱਜਰ ਪਾਪ ਵੱਡਾ ਪਾਪ ਮੰਨਿਆ ਜਿਹੜਾ ਕਦੇ ਮਾਫ ਨਹੀਂ ਹੁੰਦਾ। ਬੱਜਰ ਪਾਪ ਕੀ ਹੈ? ਬ੍ਰਾਹਮਣ ਕਾਲੀ ਘਾਤ ਕੰਚਕਾ ਅਨਚਾਰੀ ਕਾ ਧਾਨ। ਇਹ ਬੱਜਰ ਪਾਪ ਹੈ। ਕਿਸੇ ਬ੍ਰਹਮ ਗਿਆਨੀ ਦੀ ਹੱਤਿਆ ਕਰਨੀ। ਕੋਈ ਬ੍ਰਹਮ ਗਿਆਨੀ ਸਾਧੂ ਹੈ ਨਾ, ਉਹ ਸਮਾਧੀ ਵਿੱਚ ਬੈਠਾ ਬਾਣੀ ਪੜ੍ਹਦਾ, ਉਹਦੀ ਹੱਤਿਆ ਕਰ ਦੇਣੀ, ਕਤਲ ਕਰ ਦੇਣਾ, ਉਹਨੂੰ ਕਿਹਾ ਜਾਂਦਾ ਹੈ ਬੱਜਰ ਪਾਪ। ਬ੍ਰਾਹਮਣ ਕੈਲੀ ਘਾਤ, ਕਾਲੀ ਗਊ ਦਾ ਕਤਲ ਕਰਨਾ, ਗਾਂ ਨੂੰ ਮਾਰਨਾ, ਕਾਲੀ ਗਾਂ ਮਾਰ ਦੇਣੀ, ਉਹ ਬੱਜਰ ਪਾਪ ਹੈ। ਕੰਜਕਾ ਤੋਂ ਨਾਮ ਹੁੰਦਾ ਨਿੱਕੀ ਜੀ ਲੜਕੀ ਦਾ, ਬੇਟੀ ਦਾ। ਮੇਰੇ ਘਰ ਵਿੱਚ ਪਹਿਲਾਂ 2 ਧੀਆਂ ਨੇ, ਇਹ ਇੱਕ ਹੋਰ ਪੈਦਾ ਹੋ ਗਈ ਹੈ, ਇਹ ਵਿਆਹੁਣੀ ਪੈ ਗਈ, ਪੜ੍ਹਾਉਣੀ ਪੈ ਗਈ, ਦਾਜ ਦੇਣਾ ਪਏਗਾ, ਚਲੋ ਇਹਦਾ ਕਤਲ ਕਰ ਦਈਏ। ਲੜਕੀ ਦਾ ਕਤਲ ਕਰ ਦੇਣਾ ਕੁੱਖ ਦੇ ਵਿੱਚ, ਡਾਕਟਰ ਨੂੰ ਦਿਖਾ ਕੇ ਵੀ ਲੜਕੀ ਹੈ, ਵਿੱਚੇ ਹੀ ਮਾਰ ਦੇ। ਜਾਂ ਜਦੋਂ ਜਨਮ ਲੈ ਲਿਆ ਫਿਰ ਮਾਰ ਦੇਣਾ, ਭਰੂਣ ਹੱਤਿਆ ਕਰ ਦੇਣੀ, ਜਨਮ ਤੋਂ ਬਾਅਦ ਵਿੱਚ ਮਾਰਨਾ, ਬੱਚੇ ਨੂੰ ਮਾਰ ਦੇਣਾ, ਲੜਕੀ ਨੂੰ ਮਾਰਨਾ, ਇਹ ਬੱਜਰ ਪਾਪ ਹੈ। ਤੇ ਚੌਥਾ ਹੈ ਅਨਚਾਰੀ ਕਾ ਧਾਨ। ਜਿਹੜੇ ਬੰਦੇ ਦਾ ਜੀਵਨ ਨਹੀਂ ਹੈ, ਜਿਵੇਂ ਵੇਸਵਾ ਹੈ, ਵੇਸਵਾ ਆਪਣੇ ਸਰੀਰ ਨੂੰ ਵੇਚਦੀ ਹੈ ਫਿਰ ਪੈਸਾ ਕਮਾਉਂਦੀ ਹੈ। ਵੇਸਵਾ ਦੇ ਕਮਾਏ ਹੋਏ ਪੈਸੇ ਦਾ ਭੋਜਨ ਖਾ ਲੈਣਾ, ਉਹ ਬੱਜਰ ਪਾਪ ਹੈ, ਮਾਫ ਨਹੀਂ ਹੋਵੇਗਾ। ਅੱਜ ਕੁਝ ਲੋਕ ਹੀ ਐਸੇ ਹੋ ਗਏ, ਆਪਣੀਆਂ ਜਵਾਨ ਧੀਆਂ ਨੂੰ ਸਟੇਜਾਂ 'ਤੇ ਨਚਾਉਂਦੇ, ਡਾਂਸਰਾਂ ਬਣਾ ਕੇ। ਵੇਸਵਾ ਵਾਲਾ ਕੰਮ ਹੀ ਹੈ, ਫਰਕ ਕੋਈ ਨਹੀਂ ਹੈ। ਨਚਾਇਆ ਵੀ ਜਾਂਦਾ, ਕਈ ਤਰ੍ਹਾਂ ਦੇ ਵਕਾਰ ਵੀ ਭੋਗੇ ਜਾਂਦੇ, ਉਹਨਾਂ ਦੀ ਕਮਾਈ ਖਾਣ ਵਾਲਾ, ਭਾਵੇਂ ਪਤੀ ਹੈ, ਭਾਵੇਂ ਭਰਾ ਹੈ, ਭਾਵੇਂ ਮਾਂ-ਬਾਪ ਹੈ, ਮਾਫੀ ਨਹੀਂ ਮਿਲੇਗੀ, ਬੱਜਰ ਪਾਪ ਹੈ। ਮਹਾਰਾਜ ਕਹਿੰਦੇ ਸਜ਼ਾ ਮਿਲੇਗੀ ਜ਼ਰੂਰ, ਬੱਜਰ ਪਾਪ ਮਾਫ ਨਹੀਂ ਹੁੰਦਾ ਹੈ। ਪਰ ਜੇ ਨਾਮ ਜਪਿਆ ਜਾਏਗਾ
ਤੇ ਮਹਾਰਾਜ ਕਹਿਣ ਲੱਗੇ ਕਿਲਵਿਖ ਪਾਪ ਗਵਾਇਆ, ਇਹ ਬੱਜਰ ਪਾਪ ਵੀ ਨਾਸ ਹੋ ਜਾਂਦੇ ਹਨ। ਸਹਿਜ ਆਨੰਦ ਹੋਆ ਵਡ ਭਾਗੀ। ਉਹਨਾਂ ਗੁਰਮੁਖਾਂ ਨੂੰ ਸਹਿਜੇ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਵੱਡਿਆਂ ਭਾਗਾਂ ਵਾਲੇ ਹਨ। ਮਨ ਹਰ ਹਰ ਮੀਠਾ ਲਾਇਆ। ਉਹਨਾਂ ਦੇ ਮਨ ਨੂੰ ਫਿਰ ਹਰੀ ਹਰ ਨਾਮ ਮਿੱਠਾ ਲੱਗਣ ਲੱਗ ਪੈਂਦਾ ਹੈ। ਜਨ ਕਹੈ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਪਹਿਲੀ ਲਾਭ ਕੀ ਹੈ? ਪਹਿਲੀ ਪਰਿਕਰਮਾ, ਪਹਿਲੀ ਸਿੱਖਿਆ। ਪਹਿਲੀ ਸਿੱਖਿਆ ਕੀ ਹੈ? ਸ਼ੁਭ ਇੱਛਾ। ਸ਼ੁਭ ਇੱਛਾ ਗੁਰੂ ਕਿਆ ਸਿੱਖਾ ਧਾਰਨ ਕਰ, ਜਿਹੜੇ ਬਚਨ ਆਪਾਂ ਸਰਵਣ ਕੀਤੇ। ਆਰੰਭ ਕਾਜ ਰਚਾਇਆ, ਇਹ ਆਰੰਭ ਦਾ ਕਾਰਜ ਤੈਨੂੰ ਦੱਸਿਆ ਹੈ। ਕਿਹੜਾ ਕਾਰਜ ਦੱਸਿਆ ਹੈ? ਆਰੰਭਤਾ ਦਾ। ਸ਼ੁਭ ਇੱਛਾ ਨੂੰ ਧਾਰਨ ਕਰਨਾ, ਜੇ ਇਹ ਧਾਰਨ ਕਰ ਲਵੇਂਗਾ ਤਾਂ ਪ੍ਰਮਾਤਮਾ ਦੀ ਪ੍ਰਾਪਤੀ ਹੈ। ਇਹ ਲਾਵਾਂ ਨਾਮ ਦੀ ਬਾਣੀ ਗੁਰੂ ਰਾਮਦਾਸ ਮਹਾਰਾਜ ਨੇ ਉਚਾਰੀ ਹੈ। 4 ਲਾਵਾਂ ਨੇ, ਉਹਦੇ ਵਿੱਚੋਂ ਪਹਿਲੀ ਲਾਮ ਅੱਜ ਆਪਾਂ ਸਰਵਣ ਕੀਤੀ ਹੈ। 3 ਲਾਵਾਂ ਬਾਕੀ ਨੇ, ਅਗਲੇ ਦੀਵਾਨ ਵਿੱਚ ਫਿਰ ਸਰਵਣ ਕਰਾਂਗੇ। ਸਮਾਂ ਥੋੜਾ ਵੱਧ ਲੱਗਿਆ, ਆਪ ਸੰਗਤਾਂ ਨੇ ਭੁੱਲ ਚੁੱਕ ਦੀ ਮੁਆਫੀ ਬਖਸ਼ਣੀ ਜੀ। ਦਿਓ ਸੱਜਣ ਅਸੀਸੜੀਆਂ, ਜੋ ਵੈ ਸਾਹਿਬ ਸਿਓ ਮੇਲੋ। ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹੈ ਨਾਨਕ ਲਾ ਪਹਿਲੇ, ਆਰੰਭ ਕਾਜ ਰਚਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।